ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੇਰੀ ਵਡਿਆਈ ਕਹੀ ਨ ਜਾਏ, ਜੈ ਕੈ ਰਾਖ ਲਹੇ ਗਲ ਲਾਏ। ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵਜੀ ਵਧਾਈ। ਨਾਨਕ ਦਾਸ ਤੇਰੀ ਸਰਣਾਈ, ਪ੍ਰਭ ਰਾਖੀ ਪੈਜ ਵਜੀ ਵਧਾਈ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਸਾਧ ਸੰਗਤ ਜੀਓ, ਅੱਜ ਦੀ ਵੀ ਸੇਵਾ ਪ੍ਰਵਾਨ ਕਰ ਲੈਣੀ। ਦਿਓ ਅਸੀਸ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ ਔਰ ਆਪ ਜੀ ਦੇ ਨਾਲ ਫਿਰ ਸਤਿਗੁਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਚੱਲ ਰਹੀਆਂ ਹਨ। ਸਤਿਗੁਰੂ ਜੀ ਜੋ ਇਹਨਾਂ ਦੇ ਵਿੱਚ ਗਿਆਨ ਦਿੰਦੇ ਨੇ, ਅਰਦਾਸ ਬੇਨਤੀ ਕਰੀਏ ਉਹ ਗਿਆਨ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ। ਇਸ ਗਿਆਨ ਤੋਂ ਸੇਧ ਲੈ ਕੇ ਅਸੀਂ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤੀ ਬਣਿਆ ਵੇ। ਕਰੋ ਕਿਰਪਾ ਜੀ। ਵਾਹਿਗੁਰੂ। ਸ੍ਰੀ ਰਾਗ ਮਹਿਲਾ ਤੀਜਾ, ਸਤਿਗੁਰ ਮਿਲਿਐ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਮਿਹਰਬਾਨ ਦਿਆਲੂ ਕਿਰਪਾਲੂ ਕਿਰਪਾ ਕਰਦੇ ਨੇ, ਆਖਦੇ ਨੇ ਸਤਿਗੁਰ ਮਿਲਿਐ। ਜਦੋਂ ਜੀਵ ਸਤਿਗੁਰ ਸੱਚੇ ਪਾਤਸ਼ਾਹ ਦੇ ਉੱਤੇ ਸੰਪੂਰਨ ਭਰੋਸਾ ਰੱਖ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਕੇ ਨਾਮ ਸ਼ਬਦ ਪ੍ਰਗਟ ਕਰ ਲੈਂਦਾ ਹੈ, ਨਿਰੰਕਾਰ ਵਾਹਿਗੁਰੂ ਕਿਰਪਾ ਕਰਦੇ ਨੇ, ਉਸ ਦੀ ਨਿਰਮਲ ਆਤਮਾ ਕਰ ਦਿੰਦੇ ਨੇ, ਨਿਰਮਲ ਕਾਇਆ ਹੋ ਜਾਂਦੀ, ਨਿਰਮਲ ਚੇਤਨਾ ਹੋ ਜਾਂਦੀ, ਤੇ ਗਿਆਨ ਦੇ ਇੰਦਰ ਵੀ ਉਸ ਦੇ ਜਿਸਲੇ ਨਿਰਮਲ ਹੋ ਜਾਂਦੇ ਨੇ, ਤੇ ਫਿਰ ਸਾਡੀ ਜਿਹੜੀ ਆਤਮਾ ਜੋਤ ਹੈ ਉਹ ਪ੍ਰਮਾਤਮਾ ਦੇ ਨਾਲ ਮਿਲ ਜਾਂਦੀ ਹੈ। ਉਸ ਨੂੰ ਮਿਲਾਉਣ ਦੇ ਕਾਰਨ ਹੀ ਆਪਾਂ ਸਾਰੇ ਸਾਧਨ ਕਰ ਰਹੇ ਹਾਂ। ਪਰ ਵਾਹਿਗੁਰੂ ਜੀ ਕਹਿੰਦੇ ਨੇ ਸਤਿਗੁਰੂ ਮਿਲਿਆ ਜਦੋਂ ਸਾਨੂੰ ਪ੍ਰੀਤਮ ਮਿਲ ਜਾਂਦਾ ਹੈ ਭਾਈ, ਫਿਰ ਸਾਨੂੰ ਜਨਮ ਤੇ ਮਰਨ ਦੇ ਦੁੱਖ ਵਿੱਚ ਨਹੀਂ ਪੈਣਾ ਪੈਂਦਾ। ਪੂਰੇ ਸ਼ਬਦ ਸਭ ਸੋਜੀ ਹੋਈ, ਹਰ ਨਾਮੈ ਰਹਿ ਸਮਾਏ। ਪੂਰੇ ਸਤਿਗੁਰੂ ਵੱਲੋਂ ਪੂਰਾ ਸ਼ਬਦ ਜਦੋਂ ਸਾਨੂੰ ਪ੍ਰਾਪਤ ਹੋ ਜਾਂਦਾ ਹੈ, ਉਸ ਲਈ ਉਹ ਨਾਮ ਦੇ ਨਾਲ ਹੀ ਇਹ ਸਾਨੂੰ ਸੋਝੀ ਪੈਂਦੀ ਹੈ। ਨਾਮ ਦੇ ਨਾਲ ਹੀ ਅਸੀਂ ਉੱਚੀ ਮੱਤ ਤੇ ਨਿਰਮਲ ਮਤ ਬਣਾ ਲੈਂਦੇ ਹਾਂ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਇਹ ਮੇਰੇ ਮਨਾ ਹਰ ਵੇਲੇ ਉਹ ਆਪਣੇ ਪ੍ਰੀਤਮ ਵਾਹਿਗੁਰੂ ਦੇ ਨਾਲ ਹੀ ਜੁੜਿਆ ਰਹਿ। ਨਿਰਮਲ ਨਾਮ ਸਦਨਬ ਤਨੋ, ਆਪ ਵਸੈ ਮਨ ਆਏ। ਜਿਹੜਾ ਪ੍ਰੀਤਮ ਸਤ ਵਾਹਿਗੁਰੂ ਦਾ ਨਾਮ ਹੈ ਉਹ ਸਦਾ ਹੀ ਨਵਾਂ ਆਉਂਦਾ, ਹਰ ਰੋਜ਼ ਨਵੇਂ ਰੂਪ ਦੇ ਵਿੱਚ ਆਪਾਂ ਨੂੰ ਮਿਲਦਾ ਹੈ। ਉਹ ਕਹਿੰਦੇ ਜਿਸ ਵੇਲੇ ਉਹ ਨਾਮ ਹਿਰਦੇ ਦੇ ਵਿੱਚ ਵਸ ਗਿਆ, ਆਤਮਾ ਦੇ ਵਿੱਚ, ਚੇਤਨਾ ਦੇ ਵਿੱਚ, ਮਨ ਦੇ ਵਿੱਚ, ਕਹਿਣ ਤੋਂ ਮਤਲਬ ਸਰੀਰ ਦੇ ਵਿੱਚ, ਰੋਮ ਰੋਮ ਦੇ ਵਿੱਚ ਜਿਸ ਵੇਲੇ ਵਸ ਗਿਆ, ਉਸ ਵੇਲੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਸਾਡੇ ਉੱਤੇ ਮਿਹਰ ਕਰਦੇ ਨੇ ਤੇ ਵਾਹਿਗੁਰੂ ਪ੍ਰਮਾਤਮਾ ਆਪ ਮਨ ਦੇ ਵਿੱਚ ਆ ਵਸਦੇ ਹਨ। ਰਹਾਓ ਹਰ ਜੀਓ ਰਾਖੋ ਆਪਣੀ ਸਰਣਾਈ, ਜਿਉ ਰਾਖੈ ਤਿਉ ਰਹਿਣਾ। ਫਿਰ ਜੀਵ ਅਰਦਾਸ ਕਰਦਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ, ਹੇ ਅਕਾਲ ਪੁਰਖ ਹਰੀ ਪ੍ਰਮਾਤਮਾ ਮੇਰੇ ਸਤਿਗੁਰੂ ਜੀ, ਬਸ ਮੇਰੀ ਅਰਦਾਸ ਹੈ ਜਿੱਦਾਂ ਆਪ ਜੀ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੀ ਮੈਨੂੰ ਇਸ ਸੰਸਾਰ ਦੇ ਉੱਤੇ ਰੱਖੋ, ਉਸੇ ਤਰ੍ਹਾਂ ਹੀ ਅਸੀਂ ਇੱਥੇ ਰਵਾਂਗੇ।
ਪਰ ਮੇਰੀ ਅਰਦਾਸ ਹੈ ਸਦਾ ਆਪਣੀ ਸ਼ਰਨ ਦੇ ਵਿੱਚ ਰੱਖਣਾ। ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਪਵ ਜਲ ਤਰਣਾ। ਜਿਨ੍ਹਾਂ ਨੇ ਗੁਰਮੁਖਾਂ ਨੇ ਉਹ ਸ਼ਬਦ ਨੂੰ ਪਹਿਚਾਨ ਲਿਆ, ਸ਼ਬਦ ਦੇ ਵਿੱਚ ਜੀਂਦੇ ਜੀ ਮਰ ਗਏ, ਜੀਵਤ ਮਰੈ। ਸ਼ਬਦ ਦੇ ਵਿੱਚ ਆਪਣੇ ਆਪ ਨੂੰ ਉਪੇਦ ਕਰ ਦਿੱਤਾ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰਮਤਿ ਸ਼ਬਦ ਸਹਾਈ। ਤੇ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਸ ਜੀਵ ਦੀ ਜਿਹੜੀ ਮਤ ਹੈ, ਬੁੱਧੀ ਹੈ, ਉਹ ਬੜੀ ਫਿਰ ਸੋਭਨੀਕ ਬਣ ਜਾਂਦੀ ਹੈ। ਵੱਡੇ ਭਾਗ ਨਾ ਪਾਈਐ, ਗੁਰਮਤਿ ਸ਼ਬਦ ਸੁਹਾਈ। ਵੱਡੇ ਭਾਗਾਂ ਦੀ ਨਿਸ਼ਾਨੀ ਹੈ ਇਹ ਭਾਈ, ਜਿਸ ਵੇਲੇ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਸਾਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿੰਦਾ ਹੈ। ਉੱਚੀ ਸੁੱਚੀ ਕਿਸਮਤ ਦੇ ਨਾਲ, ਉੱਚੀ ਸੁੱਚੀ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਇਹ ਸਾਨੂੰ ਨਾਮ ਪ੍ਰਾਪਤ ਹੁੰਦਾ ਹੈ। ਤੇ ਜਿਸ ਵੇਲੇ ਇਹ ਨਾਮ ਸਾਨੂੰ ਪ੍ਰਾਪਤ ਹੋ ਗਿਆ, ਫਿਰ ਵਾਹਿਗੁਰੂ ਸਾਡੀ ਜ਼ਿੰਦਗੀ ਨੂੰ ਬਹੁਤ ਸੋਹਣੀ ਬਣਾ ਦਿੰਦੇ ਹਨ। ਆਪੇ ਮਨ ਵਸਿਆ ਪ੍ਰਭ ਕਰਤਾ, ਸਹਜੇ ਰਿਹਾ ਸਮਾਈ। ਵਾਹਿਗੁਰੂ ਆਪ ਹੀ ਕਿਰਪਾ ਕਰਕੇ ਆਪਣੇ ਪਿਆਰੇ ਦੇ ਮਨ ਦੇ ਵਿੱਚ ਵਸ ਜਾਂਦਾ ਹੈ। ਤੇ ਉਸ ਮਨ ਤੇ ਵਸਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਹੁੰਦੇ ਨੇ, ਉਸ ਜੀਵ ਨੂੰ ਗਿਆਨ ਬਖਸ਼ਿਸ਼ ਕਰਕੇ ਗਿਆਨ ਦੇ ਵਿੱਚ ਹੀ ਉਸ ਨੂੰ ਸਮਾ ਦਿੰਦੇ ਹਨ। ਇਕ ਨਾ ਮਨ ਮੁਖ ਸ਼ਬਦ ਨ ਪਾਵੈ, ਬੰਧਨ ਬੰਧ ਪਵਾਇਆ। ਫਿਰ ਵਾਪਸ ਸਤਿਗੁਰ ਸੱਚੇ ਪਾਤਸ਼ਾਹ ਜੀ ਆਉਂਦੇ ਨੇ ਉਹਨਾਂ ਵੱਲੋਂ ਜਿਹੜੇ ਕਿ ਗੁਰੂ ਦੇ ਕੋਲੋਂ ਟੁੱਟੇ ਹੋਏ ਨੇ, ਜਿਨ੍ਹਾਂ ਨੂੰ ਮਨਮੁਖ ਬੇਅੰਤ ਵਾਰ ਗੁਰਮੁਖ ਤੇ ਮਨਮੁਖ ਦਾ ਨਾਮ ਇਸ ਅਕਾਲ ਪੁਰਖ ਸੱਚੇ ਪਾਤਸ਼ਾਹ ਦਰਗਾਹੀ ਫਰਮਾਨ ਦੇ ਵਿੱਚ ਜ਼ਰੂਰ ਆਏਗਾ। ਮੈਂ ਅੱਗੇ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸੀ, ਗੁਰੂ ਨੂੰ ਮੁੱਖ ਰੱਖ ਕੇ, ਵੀ ਕਾਰਨ ਇਹ ਆ ਕਿ ਅਸੀਂ ਭੁੱਲ ਜਾਂਦੇ ਹਾਂ ਭਾਈ। ਜਿੰਨਾ ਚਿਕਰ ਅਸੀਂ ਸੁਚੇਤ ਨਾ ਹੋਵਾਂਗੇ, ਜਿੰਨਾ ਚਿਕਰ ਅਸੀਂ ਆਪਣੇ ਆਪ ਨੂੰ ਪਹਿਚਾਣਾਂਗੇ ਨਾ, ਉਹਨਾਂ ਚਿਕਰ ਸਾਨੂੰ ਪਤਾ ਨਹੀਂ ਅਸੀਂ ਗੁਰਮੁਖਾਂ ਵਾਲਾ ਜੀਵਨ ਬਤੀਤ ਕਰ ਰਹੇ ਹਾਂ ਜਾਂ ਮਨਮੁਖਾਂ ਵਾਲਾ। ਪਰ ਸਤਿਗੁਰੂ ਵਾਹਿਗੁਰੂ ਜੀ ਹਰ ਵੇਲੇ ਆਪਣੇ ਉੱਤੇ ਕਿਰਪਾ ਕਰਦੇ ਨੇ ਕਿ ਜਿਹੜੇ ਮਨਮੁਖ ਨੇ, ਹੁਣ ਇਹ ਇੱਕ ਐਸਾ ਹੁੰਦਾ ਹੈ ਗਿਆਨ ਵੀ ਅਸੀਂ ਬੈਠ ਕੇ ਇਕੱਲੇ ਸੋਚ ਲਈਏ ਵੀ ਅਸੀਂ ਕਿਹੜੀ ਪਦਵੀ ਦੇ ਵਿੱਚ ਆਉਂਦੇ ਹਾਂ, ਸਾਡੀ ਕੈਟੇਗਰੀ ਕਿਹੜੀ ਹੈ। ਕਿ ਉਹ ਸ਼ਬਦ ਜਿਹੜਾ ਹੈ, ਜਿਹੜਾ ਸਾਰੇ ਬੰਧਨਾਂ ਨੂੰ ਖਤਮ ਕਰਦਾ ਹੈ, ਕਿ ਸਾਡੇ ਵਿੱਚ ਉਹ ਆਪ ਵਸ ਗਿਆ ਹੈ ਆਣ ਕੇ, ਕਿ ਉਹ ਸ਼ਬਦ ਸਾਡੇ ਅੰਦਰ ਪ੍ਰਗਟ ਹੋ ਗਿਆ। ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ ਵੀ ਮਨਮੁਖ ਉਹ ਨੇ ਜਿਨ੍ਹਾਂ ਨੂੰ ਸ਼ਬਦ ਦਾ ਭੇਵ, ਜਿਨ੍ਹਾਂ ਨੂੰ ਸ਼ਬਦ ਚੰਗਾ ਹੀ ਨਹੀਂ ਲੱਗਦਾ, ਭਾਉਂਦਾ ਹੀ ਨਹੀਂ ਹੈ। ਤੇ ਉਹ ਜਿਹੜੇ ਨੇ ਉਹ ਮੋਹ ਦੇ ਬੰਧਨਾਂ ਦੇ ਵਿੱਚ, ਮਾਇਆ ਦੇ ਬੰਧਨਾਂ ਦੇ ਵਿੱਚ ਫਿਰਦੇ ਹੋਏ ਲੱਖ 84 ਜੂਨ ਦੇ ਵਿੱਚ ਭਾਉਂਦੇ ਫਿਰਦੇ ਹਨ। ਲੱਖ 84 ਫਿਰ ਆਵੈ, ਬਿਰਥਾ ਜਨਮ ਗਵਾਇਆ। 84 ਲੱਖ ਜੂਨ ਦੇ ਵਿੱਚ ਮੁੜ ਕੇ ਆਉਂਦੇ ਨੇ, ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਜੂਨਾਂ ਵੀ ਹਨ ਜਿਹੜੀਆਂ ਕਿ ਬੜੀਆਂ ਭਿਆਨਕ ਨੇ, ਜਿਨ੍ਹਾਂ ਨੂੰ ਸੋਚ ਕੇ ਸਾਡਾ ਅੰਦਰ ਕੰਬ ਜਾਂਦਾ, ਡਰ ਜਾਂਦੇ ਹਾਂ ਅਸੀਂ। ਔਰ ਉਹ ਜੂਨਾਂ ਨੂੰ ਜਦੋਂ ਅਸੀਂ ਬਾਹਰ ਮੁਖੀ ਵੀ ਦੇਖਦੇ ਹਾਂ, ਉਸ ਵੇਲੇ ਸਾਡੇ ਅੰਦਰ ਇੱਕ ਵਿਰਾਗ ਵੀ ਪ੍ਰਗਟ ਹੁੰਦਾ ਹੈ। ਉਸ ਵੇਲੇ ਸਾਨੂੰ ਇਹ ਤੋਂ ਚੀਜ਼ ਵੀ ਸੁਚੇਤ ਕਰਦੀ ਪਈ, ਹੈ ਮੇਰੇ ਮਾਲਕ, ਇਹ ਵਾਹਿਗੁਰੂ ਮੇਰੇ ਤੇ ਕਿਰਪਾ ਕਰੀ, ਮੈਨੂੰ ਇਹ ਟੇਡੀਆਂ ਜੂਨਾਂ ਦੇ ਵਿੱਚ ਨਾ ਪਾਈ। ਤਾਂ ਕਹਿੰਦੇ ਪਰ ਜਿਹੜੇ ਸ਼ਬਦ ਦੇ ਕੋਲੋਂ ਟੁੱਟੇ ਨੇ, ਵਾਹਿਗੁਰੂ ਦੇ ਕੋਲੋਂ ਦੂਰ ਹੋ ਚੁੱਕੇ ਨੇ, ਉਹ ਇਸ 84 ਲੱਖ ਜੂਨ ਦੇ ਵਿੱਚ ਮੁਰਮੁਰ ਆਉਂਦੇ ਨੇ ਤੇ ਸੰਸਾਰ ਤੇ ਆਣ ਕੇ ਜਨਮ ਬਿਰਥਾ ਗਵਾ ਕੇ ਵਾਪਸ ਚਲੇ ਜਾਂਦੇ ਹਨ। ਭਗਤਾਂ ਮਨ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ। ਜੋ ਜੀਵ ਸਤਿਗੁਰ ਸੱਚੇ ਪਾਤਸ਼ਾਹ ਦੀ ਭਗਤੀ ਦਾ ਆਨੰਦ ਮਾਣਦੇ ਨੇ, ਜੋ ਵਾਹਿਗੁਰੂ ਦੀ ਸੰਗਤ ਦਾ ਆਨੰਦ ਮਾਣਦੇ ਨੇ ਭਾਈ, ਉਹ ਸਦਾ ਹੀ ਉਹ ਸੱਚੇ ਸ਼ਬਦ ਦੇ ਵਿੱਚ ਹੀ ਰੰਗੇ ਰਹਿੰਦੇ ਹਨ। ਅਨ ਦਿਨ ਗੁਣ ਗਾਵੈ ਸਦ ਨਿਰਮਲ, ਸਹਜੇ ਨਾਮ ਸਮਾਤੇ। ਦਿਨ ਰਾਤ ਉਹ ਪ੍ਰੀਤਮ ਦੀ ਸਿਫਤ ਸਲਾਹ ਦੇ ਵਿੱਚ ਜੁੜੇ ਰਹਿੰਦੇ ਨੇ, ਉਸ ਦੀ ਉੱਚੀ ਤੇ ਸੁੱਚੀ ਵਡਿਆਈ ਕਰਦੇ ਨੇ। ਮੈਂ ਇੱਕ ਇੱਥੇ ਬੇਨਤੀ ਕਰਾਂ ਕਿ ਦਿਨ ਰਾਤ ਦੀ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਕੀਤੀ ਵੀ ਗੁਣ ਗਾਉਂਦੇ ਨੇ। ਕੀ ਹੁੰਦਾ ਆ ਜਦੋਂ ਸਾਨੂੰ ਸਤਿਗੁਰ ਦੇ ਨਾਮ ਜਪਦਿਆਂ ਨੂੰ ਅੰਦਰੋਂ ਸਾਨੂੰ ਆਨੰਦ ਆਉਣਾ ਸ਼ੁਰੂ ਹੋ ਜਾਂਦਾ, ਸਾਡਾ ਮਨ ਖੇੜੇ ਦੇ ਵਿੱਚ ਰਹਿਣਾ ਲੱਗ ਪੈਂਦਾ, ਇੱਕ ਟਿਕਾਅ ਦੇ ਵਿੱਚ ਰਹਿੰਦਾ। ਫਿਰ ਉਹ ਮਨ ਚੇਤਨਾ ਦੇ ਨਾਲ ਸਾਂਝ ਪਾਉਂਦਾ ਹੈ, ਸੋਚਣ ਸ਼ਕਤੀ ਦੇ ਨਾਲ ਸਾਂਝ ਪਾਉਂਦਾ ਵੀ ਆਪਾਂ ਕੋਈ ਐਸਾ ਹੋਰ ਕੋਈ
ਉੱਚਾ ਗੁਣ ਕਰੀਏ, ਗੰਭੀਰ ਬਣੀਏ, ਗਹੀਰ ਬਣੀਏ, ਡੂੰਘੀ ਸੋਚ ਵਾਲੇ ਬਣੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਹੋਰ ਉੱਚੀ ਸੁੱਚੀ ਆਪਾਂ ਵਡਿਆਈ ਕਰ ਸਕੀਏ। ਫਿਰ ਇਸ ਤਰ੍ਹਾਂ ਦੀਆਂ ਉਹ ਸੋਚਾਂ ਦੇ ਵਿੱਚ ਜਿਸ ਵੇਲੇ ਪੈਂਦਾ ਹੈ, ਦਿਨ ਰਾਤ ਉਹ ਪ੍ਰਵੀਤਮ ਵਾਸਤੇ, ਵਾਹਿਗੁਰੂ ਦੀ ਸਿਫਤ ਸਲਾਹ ਕਰਨ ਵਾਸਤੇ ਹਰ ਵੇਲੇ ਸੁਚੇਤ ਰਹਿੰਦਾ, ਸੋਚਦਾ ਰਹਿੰਦਾ ਹੈ ਵੀ ਨਿਰਮਲ ਸੱਜੇ ਨਾਮ ਸਮਾਤੇ। ਤੇ ਜਿਹੜਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਨਾਮ ਹੈ, ਉਹ ਉਹਨੂੰ ਉਹਦਾ ਹੀ ਰੂਪ ਬਣਾ ਲੈਂਦਾ ਹੈ। ਗੁਰਮੁਖ ਅੰਮ੍ਰਿਤ ਬਾਣੀ ਬੋਲੇ, ਸਭ ਆਤਮ ਰਾਮ ਪਛਾਣੀ। ਬਸ ਗੁਰਮੁਖਾਂ ਵਾਲਾ ਜੀਵਨ ਉਹਨਾਂ ਦਾ ਬਤੀਤ ਹੋ ਜਾਂਦਾ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਭਾਈ, ਜਿਹੜੇ ਦਿਨ ਰਾਤ ਉਹਦੀ ਸਿਫਤ ਦੇ ਵਿੱਚ ਹਰ ਵੇਲੇ ਉਸ ਅਕਾਲ ਪੁਰਖ ਨੂੰ ਯਾਦ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖਦੇ ਨੇ। ਤਾਂ ਫਿਰ ਕੀ ਕਰਦੇ ਨੇ, ਹਰ ਵੇਲੇ ਅੰਮ੍ਰਿਤ ਬਾਣੀ ਬੋਲਦੇ ਨੇ, ਮਿੱਠੇ ਅਲਫਾਜ਼, ਮਿੱਠੇ ਬਚਨ। ਤੇ ਆਹ ਜਿਹੜੀ ਨਿਰੰਕਾਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਆਪਾਂ ਨੂੰ ਗੁਰਬਾਣੀ ਹੈ, ਇਹਦੇ ਨਾਲੋਂ ਕੋਈ ਵੀ ਉੱਚਾ ਸੁੱਚਾ ਅਲਫਾਜ਼ ਹੈ ਵੀ ਨਹੀਂ। ਇਹ ਨਿਰਮਲ ਹੈ, ਇਹ ਅੰਮ੍ਰਿਤ ਹੈ, ਇਹ ਉੱਚੀ ਹੈ, ਉੱਚੀ ਤੇ ਸੁੱਚੀ ਹੈ। ਤੇ ਜਿਹੜੇ ਕਹਿੰਦੇ ਇਸ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ, ਉਹ ਪ੍ਰੀਤਮ ਨੂੰ ਆਪਣੇ ਅੰਦਰ ਹੀ ਪਛਾਣ ਲੈਂਦੇ ਹਨ। ਏਕੋ ਸੇਵਨ ਏਕ ਅਰਾਧੈ, ਗੁਰਮੁਖ ਅਕਾਥ ਕਹਾਣੀ। ਤੇ ਉਹ ਕੀ ਕਰਦੇ ਨੇ, ਇੱਕ ਪ੍ਰਮਾਤਮਾ ਨੂੰ ਹੀ, ਉਹਦੀ ਹੀ ਇੱਕ ਦੀ ਹੀ ਸੇਵਾ ਕਰਦੇ ਨੇ, ਇੱਕ ਦਾ ਹੀ ਭਜਨ ਬੰਦਗੀ ਕਰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ। ਤੇ ਇਸ ਤਰ੍ਹਾਂ ਦੇ ਜਿਹੜੇ ਜੀਵ ਨੇ, ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਜਿਹੜੀ ਕਹਾਣੀ ਹੈ, ਅਕੱਤ ਕਹਾਣੀ, ਉਸ ਨੂੰ ਜਾਣ ਲੈਂਦੇ ਹਨ। ਸੱਚਾ ਸਾਹਿਬ ਸੇਵੀਐ, ਗੁਰਮੁਖ ਵਸੈ ਮਨ ਆਏ। ਭਾਈ ਸੱਚੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਜਿਹੜਾ ਗੁਰਮੁਖਾਂ ਵਾਲਾ ਜੀਵਨ ਜਿਹੜਾ ਹੈ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਮਨ ਦੇ ਵਿੱਚ ਉਹ ਸੱਚੇ ਸਤਿਗੁਰ ਦੀ ਸੇਵਾ ਕਰਦੇ ਕਰਦੇ ਮਨ ਦੇ ਵਿੱਚ ਉਹ ਵਾਹਿਗੁਰੂ ਕਿਰਪਾ ਕਰੇ, ਔਰ ਵਾਹਿਗੁਰੂ ਕਿਰਪਾ ਕਰਦਾ ਹੈ, ਆਪ ਆਣ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਸਦਾ ਰੰਗ ਰਾਤੇ ਸੱਚ ਸਿਉ, ਆਪਣੀ ਕਿਰਪਾ ਕਰੇ ਮਿਲਾਏ। ਸਦਾ ਹੀ ਉਹ ਪ੍ਰੀਤਮ ਦੇ ਰੰਗ ਦੇ ਵਿੱਚ ਫਿਰ ਰੰਗੇ ਰਹਿੰਦੇ ਨੇ। ਐਸੇ ਭਗਤ, ਐਸੇ ਸੰਤ, ਐਸੇ ਗਿਆਨਵਾਨ ਤੇ ਐਸੇ ਗੁਰਮੁਖ ਜਿਹੜੇ ਨੇ, ਉਹ ਸਦਾ ਹੀ ਪ੍ਰੀਤਮ ਦੇ ਉਹ ਸ਼ਬਦ ਦੇ ਰੰਗ ਦੇ ਵਿੱਚ ਰਹਿੰਦੇ ਨੇ। ਤੇ ਫਿਰ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਆਪਣੀ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ। ਆਪੇ ਕਰੇ ਕਰਾਏ, ਆਪੇ ਇਕ ਨਾ ਸੁਤਿਆਂ ਦੇ ਜਗਾਏ। ਇਸ ਸੰਸਾਰ ਦੇ ਉੱਤੇ ਜੋ ਕੁਝ ਹੋ ਰਿਹਾ ਹੈ ਭਾਈ, ਉਹਦੀ ਰਜ਼ਾ ਦੇ ਵਿੱਚ, ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਆਪੇ ਸਭ ਕੁਝ ਉਹ ਕਰਨਹਾਰ ਸਵਾਮੀ ਪ੍ਰੀਤਮ, ਕਿਰਪਾ ਦਾ ਦਾਤਾ, ਸਭ ਕੁਝ ਆਪੇ ਆਪ ਹੀ ਕਰ ਰਿਹਾ। ਕਈ ਤਾਂ ਜਿਹੜੇ ਨੇ ਉਹ ਮਾਇਆ ਦੀ ਗੂੜੀ ਨੀਂਦ ਦੇ ਵਿੱਚ ਸੁੱਤੇ ਪਏ ਨੇ, ਕਈਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਹੋਂ ਫੜ ਕੇ ਜਗਾ ਦਿੰਦੇ ਹਨ। ਆਪੇ ਮੇਲ ਮਿਲਾਏਂਦਾ, ਨਾਨਕ ਸ਼ਬਦ ਸਮਾਏ। ਆਪੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਉਹਨਾਂ ਨੂੰ, ਜਿਨ੍ਹਾਂ ਸੁੱਤਿਆਂ ਨੂੰ ਜਗਾ ਕੇ ਆਪਣੇ ਨਾਮ ਦੇ ਰੰਗ ਦੇ ਵਿੱਚ ਰੰਗ ਦਿੰਦੇ ਹਨ, ਉਹਨਾਂ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ। ਤੇ ਸਤਿਗੁਰ ਸੱਚੇ ਪਾਤਸ਼ਾਹ ਇਹ ਨਾਲ ਇਹ ਕਹਿੰਦੇ ਨੇ ਕਿ ਉਹ ਜਿਹੜਾ ਸੱਚਾ ਸ਼ਬਦ ਹੈ, ਉਹ ਜੀਵ ਉਦੋਂ ਸ਼ਬਦ ਦਾ ਹੀ ਰੂਪ ਬਣ ਜਾਂਦੇ ਹਨ। ਸ੍ਰੀ ਰਾਗ ਮਹਿਲਾ ਤੀਜਾ, ਸਤਿਗੁਰੂ ਸੇਵੀਐ ਮਨ ਨਿਰਮਲਾ, ਪਏ ਪਵਿੱਤ ਸਰੀਰ। ਇਸ ਸੰਸਾਰ ਦੇ ਜੀਵੋ, ਉਸ ਪੂਰੇ ਸਤਿਗੁਰ ਦੀ ਸੇਵਾ ਕਰਨ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ, ਮਨ ਇੱਕ ਟਿਕਾਅ ਦੇ ਵਿੱਚ ਆ ਜਾਂਦਾ, ਮਨ ਵਿਕਾਰਾਂ ਦੀ ਦੁਨੀਆ ਨੂੰ ਛੱਡ ਦਿੰਦਾ ਹੈ। ਤੇ ਜਿਹੜਾ ਤੁਹਾਡਾ ਸਰਗੁਣ ਸਰੂਪ ਹੈ, ਸਰੀਰ ਜਿਹੜਾ ਹੈ ਸਾਡਾ, ਉਹ ਵੀ ਪਵਿੱਤਰ ਹੋ ਜਾਂਦਾ ਹੈ। ਮਨ ਆਨੰਦ ਸਦਾ ਸੁਖ ਪਾਇਆ, ਪੇਟਿਆ ਗਹਿਰ ਗੰਭੀਰ। ਮਨ ਸਦਾ ਹੀ ਆਨੰਦ ਦੇ ਵਿੱਚ ਰਹਿੰਦਾ ਹੈ, ਟਿਕਾਅ ਦੇ ਵਿੱਚ ਆ ਗਿਆ ਨਾ। ਜਿਹੜੀ ਚੀਜ਼ ਟਿਕਾਅ ਦੇ ਉੱਤੇ ਆ ਜਾਂਦੀ ਹੈ, ਹੁਣ ਇਸ ਤਰ੍ਹਾਂ ਕਰੋ, ਪਾਣੀ ਦਾ ਗਲਾਸ ਹੀ ਤੁਸੀਂ ਰੱਖ ਲਓ ਆਪਣੇ ਮੋਹਰੇ, ਤਾਂ ਉਹਦੇ ਵੱਲ ਦੇਖਦੇ ਰਹੋ, ਕੱਚ ਦਾ ਗਲਾਸ ਸਾਫ਼ ਸੁਥਰਾ ਹੋਵੇ, ਉਸ ਨੂੰ ਇੱਕ ਐਸੀ ਜਗ੍ਹਾ ਦੇ ਉੱਤੇ ਰੱਖ ਦਿਓ ਜਿਹੜੀ ਜਗ੍ਹਾ ਨਾ ਹਿਲਦੀ ਹੋਵੇ ਨਾ ਜੁਲਦੀ ਹੋਵੇ, ਤੇ ਉਹ ਪਾਣੀ ਵੀ ਇੱਕਦਮ ਟਿਕਾਅ ਦੇ ਵਿੱਚ ਆ ਜਾਂਦਾ। ਤਾਂ ਉੱਥੋਂ ਸਾਨੂੰ ਗਿਆਨ ਹਾਸਲ ਹੋ ਜਾਂਦਾ ਵੀ ਅਸੀਂ ਸੁਰਤ ਨੂੰ ਇਸ ਤਰ੍ਹਾਂ ਬਣਾ ਕੇ ਰੱਖਣਾ ਹੈ।
ਕਹਿੰਦੇ ਫਿਰ ਕੀ ਹੁੰਦਾ ਹੈ, ਇਹ ਜਿਹੜਾ ਮਨ ਹੈ ਸਦਾ ਆਨੰਦ ਦੇ ਵਿੱਚ, ਇੱਕ ਟਿਕਾ ਦੇ ਵਿੱਚ ਆ ਕੇ ਇਹ ਸੁਖੀ ਜੀਵਨ ਪਾਉਂਦਾ ਹੈ, ਸੁਖ ਮਹਿਸੂਸ ਕਰਦਾ ਹੈ। ਤੇ ਉਸ ਨੇ ਵੱਡੇ ਉਹ ਅਕਾਲ ਪੁਰਖ ਵਾਹਿਗੁਰੂ ਗਹਿਰ ਗੰਭੀਰ ਜਿਹੜੇ ਬਹੁਤ ਡੂੰਘੇ ਨੇ, ਉਹਨਾਂ ਦੀ ਬੰਦਗੀ ਦੇ ਵਿੱਚ ਇੱਕ ਟਿਕਾ ਦੇ ਵਿੱਚ ਬੈਠ ਕੇ ਲੱਗਾ ਰਹਿੰਦਾ ਹੈ। ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ। ਸੱਚੀ ਸੰਗਤ ਬੈਸਣਾ, ਗੁਰੂ ਕਿਰਪਾ ਕਰੇ ਸਾਡੇ ਉੱਤੇ, ਅਸੀਂ ਸੱਚੀ ਸੰਗਤ ਸਾਨੂੰ ਹਾਸਲ ਹੋ ਜਾਵੇ, ਪ੍ਰਾਪਤ ਹੋ ਜਾਵੇ। ਅਸੀਂ ਕਸ਼ਿਸ਼ ਕਰੀਏ ਕਿ ਸਾਨੂੰ ਸੱਚਿਆਂ ਦੀ ਸੰਗਤ ਮਿਲ ਜਾਵੇ। ਕਹਿੰਦੇ ਫਿਰ ਜਦੋਂ ਸੱਚਿਆਂ ਦੀ ਸੰਗਤ ਦੇ ਵਿੱਚ ਜੀਵ ਬਹਿ ਜਾਂਦਾ ਹੈ, ਉਹ ਫਿਰ ਸੱਚੇ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਮਨ ਧੀਰ ਕਹਿੰਦੇ ਨੇ ਟਿਕਾ ਨੂੰ, ਫਿਰ ਇਹ ਮਨ ਆਪਣੇ ਆਪ ਹੀ ਟਿਕਾ ਦੇ ਵਿੱਚ ਆ ਜਾਂਦਾ ਹੈ। ਮਨ ਰੇ ਸਤਿਗੁਰ ਸੇਵ ਨਿਸੰਗ। ਇਹ ਮੇਰੇ ਮਨਾ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਸੇਵਾ ਸਾਰੀਆਂ ਸੰਗ ਲਾ ਕੇ, ਸ਼ਰਮ ਨੂੰ ਪਰੇ ਕਰਕੇ ਇੱਕ ਟਿਕਾ ਦੇ ਵਿੱਚ ਆਣ ਕੇ ਉਹ ਵਾਹਿਗੁਰੂ ਦੀ ਸੇਵਾ ਕਰ। ਸਤਿਗੁਰ ਸੇਵੀਐ ਹਰ ਮਨ ਵਸੈ, ਲੱਗੈ ਨ ਮੈਲ ਪਤੰਗ। ਵਾਹਿਗੁਰੂ ਦੀ ਸੇਵਾ ਕਰਦਿਆਂ ਤੇ ਵਾਹਿਗੁਰੂ ਸਾਡੇ ਹਿਰਦੇ ਦੇ ਵਿੱਚ, ਮਨ ਦੇ ਵਿੱਚ ਆਣ ਕੇ ਵਸ ਜਾਂਦੇ ਨੇ। ਫਿਰ ਕਿਸੇ ਤਰ੍ਹਾਂ ਦੀ ਵੀ ਮੈਲ ਨਹੀਂ ਲੱਗਦੀ। ਪਤੰਗ ਕਹਿੰਦੇ ਨੇ ਵੈਸੇ ਸੂਰਜ ਨੂੰ, ਮਹਾਰਾਜ ਨੇ ਇੱਥੇ ਪਤੰਗ ਸੂਰਜ ਆਖਿਆ ਹੈ। ਕਹਿੰਦੇ ਦੇਖੋ ਉਹ ਜਿਹੜਾ ਸੂਰਜ ਹੈ ਇੱਕ ਰੂਪ ਦੇ ਵਿੱਚ ਹੈ, ਇੱਕ ਟਿਕਾ ਦੇ ਵਿੱਚ ਹੈ, ਔਰ ਠੀਕ ਹੈ ਬਹੁਤ ਗਰਮ ਹੈ, ਪਰ ਇਹ ਉਹਦੀ ਡਿਊਟੀ ਬਣੀ ਮਾਲਕ ਨੇ ਲਾਈ ਆ ਵੀ ਤੈਂ ਗਰਮੀ ਇਸ ਸੰਸਾਰ ਨੂੰ ਦੇਣੀ। ਜੇ ਆਪਾਂ ਨੂੰ ਇਹ ਗਰਮੀ ਨਾ ਪ੍ਰਾਪਤ ਹੋਵੇ ਤਾਂ ਸਾਡਾ ਜਿਹੜਾ ਜੀਵਨ ਕਾਲ ਉਹ ਖਤਮ ਹੋ ਜਾਏਗਾ, ਸਮਾਂ ਖਤਮ ਹੋ ਜਾਏਗਾ, ਸ਼ਾਇਦ ਅਸੀਂ ਬਹੁਤਾ ਚਿਰ ਜੀ ਵੀ ਨਾ ਸਕੀਏ ਇੱਥੇ। ਪਰ ਉਹ ਜਿਹੜਾ ਸੂਰਜ ਹੈ ਉਹ ਹੈ ਨਿਰਮਲ। ਹੁਣ ਉਹਨੂੰ ਕਿਸੇ ਤਰ੍ਹਾਂ ਦੀ ਮੈਲ ਨਹੀਂ ਲੱਗਦੀ। ਕਾਰਨ ਕਾਹਤੇ ਨਹੀਂ ਮੈਲ ਲੱਗਦੀ? ਜਿਹੜੀ ਵੀ ਐਸੀ ਵਸਤੂ ਜਿਹੜੀ ਕਿ ਉਹਨੂੰ ਜਾ ਕੇ ਮੈਲ ਲਾਉਣਾ ਚਾਹੁੰਦੀ ਹੈ ਜਾਂ ਉਸ ਦੇ ਨੂੰ ਦਾਗੀ ਬਣਾਉਣਾ ਚਾਹੁੰਦੀ ਹੈ, ਉਹ ਉਹਨੂੰ ਭਸਮ ਕਰ ਦਿੰਦਾ, ਖਤਮ ਕਰ ਦਿੰਦਾ। ਹੁਣ ਬੱਦਲ ਆਉਂਦੇ ਨੇ, ਬੱਦਲ ਸੂਰਜ ਦੇ ਮੂਹਰੇ ਆਣ ਕੇ ਖੜ ਜਾਂਦੇ ਨੇ, ਪਰ ਰੋਸ਼ਨੀ ਕੰਮ ਨਹੀਂ ਹੁੰਦੀ, ਸੂਰਜ ਦੀ ਜਿਹੜੀ ਤਪਸ਼ ਹੈ ਉਹ ਕੰਮ ਹੋ ਜਾਂਦੀ। ਪਰ ਕਿੰਨਾ ਕੁ ਚਿਰ? ਬਹੁਤਾ ਚਿਰ ਨਹੀਂ। ਉਹ ਜਿਹੜੇ ਬੱਦਲ ਨੇ ਉਹਨਾਂ ਨੂੰ ਵੀ ਉਹ ਖਤਮ ਕਰ ਦਿੰਦਾ, ਫਿਰ ਆਪਣੀ ਡਿਊਟੀ ਦੇ ਵਿੱਚ ਲੱਗ ਜਾਂਦਾ ਹੈ। ਇਸੇ ਤਰ੍ਹਾਂ ਮਾਲਕ ਕਹਿੰਦੇ ਨੇ, ਇਹ ਗੁਰਮੁਖਾ ਤੇਰੇ ਅੰਦਰ ਜੇ ਕਿਤੇ ਵੀ ਉਤਰਾਅ ਚੜਾਅ ਆਇਆ, ਤੂੰ ਉਹ ਵਾਹਿਗੁਰੂ ਦੇ ਸ਼ਬਦ ਦੇ ਨਾਲ ਜੁੜਿਆ ਰਹਿ, ਉਸ ਦੇ ਨਾਲ ਜੁੜਿਆ। ਇਹ ਜਿਹੜਾ ਤੇਰਾ ਉਤਰਾਅ ਚੜਾਅ ਹੈ ਸਤਿਗੁਰੂ ਜੀ ਖਤਮ ਕਰ ਦੇਣਗੇ। ਤੂੰ ਪਰ ਆਪਣੇ ਆਪ ਨੂੰ ਨਿਰਲੇਪ ਬਣਾ ਕੇ ਰੱਖ ਕਿ ਤੈਨੂੰ ਕਿਸੇ ਤਰ੍ਹਾਂ ਦੀ ਵੀ ਵਿਕਾਰਾਂ ਦੀ ਮੈਲ ਨਾ ਲੱਗੇ। ਰਹਾਉ ਸੱਚੇ ਸ਼ਬਦ ਪਤ ਉਪਜੈ, ਸੱਚੇ ਸੱਚਾ ਨਾਉ। ਸੱਚੇ ਸ਼ਬਦ ਦੇ ਨਾਲ ਹੀ ਸੰਸਾਰ ਦੇ ਉੱਤੇ ਵਡਿਆਈਆਂ ਪ੍ਰਾਪਤ ਹੁੰਦੀਆਂ ਨੇ। ਸੱਚੇ ਸ਼ਬਦ ਦੇ ਨਾਲ ਹੀ ਉਹ ਸੱਚੇ ਵਾਹਿਗੁਰੂ ਦੇ ਨਾਲ ਅਸੀਂ ਮਿਲਾਪ ਕਰ ਲੈਂਦੇ ਹਾਂ। ਜਿਨੀ ਹਉ ਮੈਂ ਮਾਰ ਪਛਾਣਿਆ, ਹਉ ਤਿਨ ਬਲਹਾਰੈ ਜਾਉ। ਜਿਨ੍ਹਾਂ ਨੇ ਇਹ ਦੀਰਘ ਰੋਗ ਨੂੰ ਪਛਾਣ ਲਿਆ ਤੇ ਫਿਰ ਉਹਨੂੰ ਖਤਮ ਕਰ ਦਿੱਤਾ ਸਤਿਗੁਰ ਦੇ ਸ਼ਬਦ ਦੀ ਕਿਰਪਾ ਦੇ ਨਾਲ। ਕਹਿੰਦੇ ਵੀ ਉਹਨਾਂ ਦੇ ਉੱਤੋਂ ਵਾਹਿਗੁਰੂ ਕਹਿੰਦੇ ਨੇ ਵੀ ਅਸੀਂ ਬਲਿਹਾਰੇ ਜਾਂਦੇ ਹਾਂ। ਮਨ ਮੁਖ ਸੱਚ ਨ ਜਾਣਨੀ, ਤਿਨ ਠੌਰ ਨਕਤ ਹੂੰ ਤਾਉ। ਗੁਰੂ ਤੋਂ ਬੇਮੁਖ ਹੋਏ ਜਿਹੜੇ ਜੀਵ ਨੇ ਉਹ ਸੱਚ ਨੂੰ ਨਹੀਂ ਪਹਿਚਾਣ ਸਕਦੇ, ਵਾਹਿਗੁਰੂ ਨੂੰ ਨਹੀਂ ਪਹਿਚਾਣਦੇ, ਪ੍ਰੀਤਮ ਵਾਹਿਗੁਰੂ ਨਿਰੰਕਾਰ ਨੂੰ ਨਹੀਂ ਪਹਿਚਾਣਦੇ। ਜਿਹੜੇ ਨਹੀਂ ਪਛਾਣਦੇ ਕਹਿੰਦੇ ਉਹਨਾਂ ਨੂੰ ਨਾ ਏਡੂ ਸੰਸਾਰ ਤੇ ਢੋਈ ਮਿਲਦੀ ਹੈ ਤੇ ਨਾ ਭਾਈ ਕੋਈ ਗਾਹਾਂ ਜਾ ਕੇ ਉਹਨਾਂ ਨੂੰ ਠਹਿਰਨ ਵਾਸਤੇ ਜਗ੍ਹਾ ਮਿਲਦੀ ਹੈ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਹੀ ਵਿੱਚ ਵਾਸ। ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਗਈ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ, ਉਹ ਸੱਚਾ ਖਾਣਾ ਜਿਹੜਾ ਉਹਨਾਂ ਦਾ ਖਾਣਾ ਵੀ ਉਹ ਸੋਭਨੀਕ ਹੈ। ਉਹ ਵਿਕਾਰੀ ਤੱਤਾਂ ਵੱਲ ਨੂੰ ਨਹੀਂ ਜਾਂਦੇ, ਉਹ ਫਿਰ ਜੀਵ ਦੇ ਰਸ ਨੂੰ ਖਤਮ ਕਰ ਦਿੰਦੇ ਨੇ। ਪਰ ਉਹ ਕੀ ਖਾਂਦੇ ਨੇ? ਉਹ ਜਿਹਦੇ ਨਾਲ ਉਹਨਾਂ ਦੇ ਅੰਦਰ ਵਿਕਾਰ ਨਾ ਹੋਵੇ, ਉਹ ਸੱਚਾ ਖਾਣਾ, ਸੱਚ ਪਹਿਨਣਾ, ਔਰ ਐਸਾ ਵਸਤਰ ਸਰੀਰ ਦੇ ਉੱਤੇ ਪਾਉਂਦੇ ਹਨ ਜਿਹੜਾ ਕਿ ਭੜਕਾਊ ਨਹੀਂ ਹੈ, ਜਿਹੜਾ ਕਿ ਸਾਦਗੀ ਵਾਲਾ ਵਸਤਰ ਹੁੰਦਾ ਹੈ, ਉਹ ਸਰੀਰ ਤੇ ਪਾਉਂਦੇ ਨੇ ਤੇ ਸੱਚੇ ਦੇ ਵਿੱਚ ਜਾ ਕੇ ਵਸ ਜਾਂਦੇ ਨੇ। ਉਹ ਸੱਚਾ ਵਾਹਿਗੁਰੂ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ। ਉਹਨਾਂ ਦਾ ਖਾਣਾ ਤੇ ਉਹਨਾਂ ਦਾ ਪਹਿਨਣਾ
ਇਦੋਂ ਸੰਸਾਰ ਤੇ ਸਫਲ ਹੋ ਜਾਂਦਾ ਹੈ। ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ। ਨਿਤ ਪ੍ਰਤੀ ਉਹ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਸੱਚੇ ਸ਼ਬਦ ਦੀ ਕਿਰਪਾ ਦੇ ਨਾਲ ਅਸੀਂ ਸੱਚੇ ਦੇ ਵਿੱਚ ਹੀ ਜਾ ਕੇ, ਬ੍ਰਹਮ ਦੇ ਵਿੱਚ ਜਾ ਕੇ ਸਾਡਾ ਨਿਵਾਸ ਹੋ ਜਾਂਦਾ ਹੈ। ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰ ਵਾਸ। ਉਸ ਦੇ ਉੱਤੇ ਵਾਹਿਗੁਰੂ ਕਿਰਪਾ ਕਰਦੇ ਨੇ, ਉਹਦੀ ਆਤਮਾ ਜਿਹੜੀ ਹੈ ਉਹ ਨਿਰਮਲ ਹੋ ਜਾਂਦੀ ਹੈ। ਉਹ ਆਤਮਾ ਦੇ ਵਿੱਚ ਹੀ ਪ੍ਰਮਾਤਮਾ ਨੂੰ ਪਹਿਚਾਣ ਲੈਂਦੇ ਹਨ। ਤੇ ਇਹ ਉਹ ਕਿਰਪਾ ਉਹਨਾਂ ਦੇ ਉੱਤੇ ਹੁੰਦੀ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਦੇ ਧਾਰਨੀ ਹੋ ਗਏ। ਗੁਰੂ ਦੀ ਮੱਤ ਦੇ ਧਾਰਨੀ ਹੋਣ ਕਰਕੇ ਉਹ ਨਿਜ ਘਰ ਦੇ ਵਿੱਚ ਉਹਨਾਂ ਦਾ ਵਾਸਾ ਹੋ ਜਾਂਦਾ ਹੈ। ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ। ਸੱਚ ਵੇਖਣ ਦੇ ਨਾਲ ਇਹ ਜਿਹੜੀਆਂ ਅੱਖਾਂ ਨੇ, ਸਾਡੇ ਨੇਤਰ ਨੇ, ਇਹ ਜਿੱਧਰ ਵੀ ਦੇਖਣ ਉਧਰ ਵਾਹਿਗੁਰੂ ਦਾ ਹੀ ਸਰੂਪ ਉਸ ਨੂੰ ਦਿਸਣ। ਹਰ ਵਸਤੂ ਦੇ ਵਿੱਚ ਉਹਨਾਂ ਨੂੰ ਵਾਹਿਗੁਰੂ ਹੀ ਦਿਸੇ। ਜਿੱਥੇ ਵੀ ਉਹ ਬਹਿਣ, ਕੋਈ ਐਸੀ ਗੱਲਬਾਤ ਕਰਨੀ ਪੈ ਜਾਵੇ, ਉਹ ਸਦਾ ਹੀ ਸੱਚ ਦਾ ਸਾਥ ਦੇਣ, ਉਹ ਸਦਾ ਸੱਚ ਹੀ ਬੋਲਣ। ਤੇ ਫਿਰ ਕੀ ਹੁੰਦਾ, ਜਦੋਂ ਉਹਨਾਂ ਦਾ ਵੇਖਣਾ ਸੱਚਾ ਹੋ ਗਿਆ, ਖਾਣਾ ਸੱਚਾ ਹੋ ਗਿਆ, ਔਰ ਪਹਿਨਣਾ ਸੱਚਾ ਹੋ ਗਿਆ, ਬੋਲਣਾ ਸੱਚਾ ਹੋ ਗਿਆ, ਤੇ ਭਾਈ ਇਹ ਤਨ ਤੇ ਮਨ ਦੋਨੋਂ ਆਪਣੇ ਆਪ ਹੀ ਸੱਚੇ ਹੋ ਜਾਂਦੇ ਹਨ। ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਾਖੀ, ਉਹ ਸੱਚੀਆਂ ਸਾਖੀਆਂ ਜਿਹੜੀਆਂ ਮਹਾਰਾਜ ਕਹਿੰਦੇ ਨੇ, ਕਹਾਣੀਆਂ ਬਮਾਣੀਆਂ ਪਪੁੱਤ ਸਪੁੱਤ ਕਰੇਨ। ਜਿਹੜੀਆਂ ਸਤਿਗੁਰ ਸੱਚੇ ਪਾਤਸ਼ਾਹ ਦੀਆਂ ਕਹਾਣੀਆਂ ਜਾਂ ਸਤਿਗੁਰ ਦੇ ਜੀਵਨ ਦੇ ਵਿੱਚੋਂ ਅਸੀਂ ਜੋ ਗਿਆਨ ਪ੍ਰਾਪਤ ਕਰਦੇ ਹਾਂ, ਭਈ ਸਤਿਗੁਰ ਨਿਰੰਕਾਰ ਸੱਚੇ ਪਾਤਸ਼ਾਹ ਨੇ 10 ਜਾਮਿਆਂ ਦੇ ਵਿੱਚ ਵਾਹਿਗੁਰੂ ਨੇ ਸਾਡੇ ਉੱਤੇ ਕਿੰਨੇ ਪਰਉਪਕਾਰ ਕੀਤੇ, ਕਿੰਨੀ ਸਾਡੇ ਉੱਤੇ ਰਹਿਮਤ ਕੀਤੀ, ਕਿੰਨੀ ਦਇਆ ਕੀਤੀ। ਸਾਡੇ ਵਾਸਤੇ ਤਤੀਆਂ ਤਵਿਆਂ ਦੇ ਉੱਤੇ ਬੈਠ ਗਏ। ਸਾਡੇ ਵਾਸਤੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਿੱਖੀ ਦੇ ਮਹੱਲ ਨੂੰ ਤਗੜਾ ਕਰਨ ਵਾਸਤੇ 4 ਜੰਗਾਂ ਕੀਤੀਆਂ। ਇਹ ਸਿੱਖੀ ਦੇ ਮਹੱਲ ਨੂੰ ਤਗੜਾ ਕਰਨ ਵਾਸਤੇ ਔਰ ਸੰਸਾਰ ਦੇ ਉੱਤੇ ਦੂਸਰਿਆਂ ਧਰਮਾਂ ਦੀ ਰਖਵਾਲੀ ਕਰਨ ਵਾਸਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ, ਔਰ ਇਹ ਸਾਰੇ ਸੰਸਾਰ ਦੀ ਚਾਦਰ ਬਣ ਗਏ। ਸਾਡੀ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਸਰਵੰਸ ਵਾਰ ਦਿੱਤਾ, ਭਾਈ ਇਸ ਮਹੱਲ ਨੂੰ ਤਗੜਾ ਕਰਨ ਵਾਸਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਭ ਕੁਝ ਸਾਡੇ ਵਾਸਤੇ ਕੀਤਾ। ਇਹ ਫਿਰ ਜਿਹੜੀਆਂ ਸਾਖੀਆਂ ਨੇ, ਇਹ ਜਿਹੜੀਆਂ ਕਹਾਣੀਆਂ ਨੇ, ਇਹ ਜਿਹੜਾ ਇਤਿਹਾਸ ਹੈ, ਜਿਹੜਾ ਮਿਤਿਹਾਸ ਨਹੀਂ ਇਤਿਹਾਸ ਹੈ, ਜਦੋਂ ਅਸੀਂ ਉਹ ਸੁਣਦੇ ਹਾਂ ਸਾਡੇ ਅੰਦਰ ਭਾਈ ਪ੍ਰੇਮ ਉਜਾਗਰ ਹੁੰਦਾ ਹੈ। ਤਾਂ ਫਿਰ ਕਹਿੰਦੇ ਉਸ ਸੱਚੇ ਵੱਲ ਨੂੰ ਤੁਰਨ ਵਾਸਤੇ ਸਾਡੀ ਮੱਤ ਪ੍ਰੇਰਨਾ ਲੈ ਲੈਂਦੀ ਹੈ ਵੀ ਅਸੀਂ ਉਹਦੇ ਵੱਲ ਨੂੰ ਤੁਰ ਪਈਏ, ਵਾਹਿਗੁਰੂ ਦੇ ਵੱਲ ਨੂੰ। ਤੇ ਫਿਰ ਕੀ ਹੁੰਦਾ, ਜਿਹੜੀ ਆਤਮਾ ਇਹ ਸਾਖੀਆਂ ਸੁਣ ਕੇ ਉਧਰ ਨੂੰ ਤੁਰ ਪੈਂਦੇ, ਉਸ ਦੀ ਫਿਰ ਸੰਸਾਰ ਤੇ ਸੋਭਾ ਹੁੰਦੀ ਹੈ। ਜਿੰਨੀ ਸੱਚ ਵਿਸਾਰਿਆ ਸੇ ਦੁਖੀਏ ਚਲੇ ਰੋਏ। ਜਿਨ੍ਹਾਂ ਨੇ ਇਸ ਸੱਚ ਨੂੰ ਪਿੱਠ ਦੇ ਦਿੱਤੀ, ਉਹ ਸੰਸਾਰ ਤੇ ਦੁੱਖਾਂ ਵਾਲਾ ਜੀਵਨ ਬਤੀਤ ਕਰਕੇ ਰੋਂਦੇ 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 ਚਲੇ ਗਏ। ਜਿੱਦਣ ਮਾਤ ਗਰਭ ਤੋਂ ਜੀਵ ਬਾਹਰ ਸੰਸਾਰ ਤੇ ਆਉਂਦਾ, ਉਦਣ ਰੋਂਦਾ ਹੈ। ਤੇ ਜਿਹੜੇ ਮਨਮੁਖ ਨੇ ਉਹਨਾਂ ਦਾ ਇਹ ਸਾਰਾ ਰੋਣ ਹੀ ਨਹੀਂ ਖਤਮ ਹੁੰਦਾ, ਭਾਵੇਂ ਉਹ 100 ਸਾਲ ਅਰਜਾ ਮਤਾ ਕੇ ਸੰਸਾਰ ਤੋਂ ਜਾਣ, ਉਹਨਾਂ ਦਾ ਰੋਣ ਹੀ ਨਹੀਂ ਖਤਮ ਹੁੰਦਾ। ਉਹ ਰੋਂਦੇ ਪਿੱਟਦੇ ਹੀ ਇੱਥੋਂ ਸੰਸਾਰ ਤੋਂ ਜਾਂਦੇ ਨੇ। ਸਤਿਗੁਰੂ ਜਿਨੀ ਨ ਸੇਵਿਓ ਸੇ ਕਿਤੇ ਆਏ ਸੰਸਾਰ। ਵਾਹਿਗੁਰੂ ਜੀ ਦੇਖੋ ਕਿੰਨੀ ਕਮਾਲ ਕਰਦੇ ਨੇ। ਕਈ ਵਾਰੀ ਥੋੜਾ ਜਿਹਾ ਬਚਨ ਕਟੜਾ ਕਰਦੇ ਨੇ, ਕਹਿੰਦੇ ਜਿਹਨੀ ਉਸ ਇੱਥੇ ਆਣ ਕੇ ਸੰਸਾਰ ਦੇ ਉੱਤੇ ਨਿਰੰਕਾਰ ਵਾਹਿਗੁਰੂ ਨੂੰ ਪਹਿਚਾਣਿਆ ਹੀ ਨਹੀਂ, ਉਹਨਾਂ ਨੂੰ ਸੰਸਾਰ ਦੇ ਉੱਤੇ ਆਉਣ ਦਾ ਕੀ ਲਾਭ ਪ੍ਰਾਪਤ ਹੋਇਆ। ਜਮਦਰ ਬੱਦੇ ਮਾਰਿਆ ਹੈ ਕੂਕ ਨ ਸੁਣੈ ਪੁਕਾਰ। ਇਸ ਤਰ੍ਹਾਂ ਦੇ ਜੀਵ ਜਿਹੜੇ ਨੇ ਇਹ ਤੋਂ ਵਿਕਾਰੀ ਕਾਮ ਕਰਕੇ ਕਰਮ ਕਰਕੇ ਜਿਸ ਵੇਲੇ ਅੰਤ ਉਹਨਾਂ ਦਾ ਆਉਂਦਾ, ਫਿਰ ਉਹ ਜਮ ਆਉਂਦੇ ਨੇ ਵੱਡੇ ਵੱਡੇ ਸੰਗਲਾਂ ਦੇ ਨਾਲ ਬੰਨ ਕੇ, ਉਹਨਾਂ ਨੂੰ ਜਿਸ ਵੇਲੇ ਧੂ ਕੇ ਲੈ ਕੇ ਜਾਂਦੇ ਨੇ। ਫਿਰ ਆਤਮਾ ਕਰਲਾਉਂਦੀ ਹੈ, ਕੂਕਾਂ ਮਾਰਦੀ ਹੈ, ਰੋਂਦੀ ਹੈ, ਚੀਕਾਂ ਮਾਰਦੀ, ਪਰ ਕੋਈ ਨਹੀਂ ਉਹਨਾਂ ਦੀ ਉਸ ਵੇਲੇ ਪੁਕਾਰ ਸੁਣਨ ਵਾਲਾ ਹੁੰਦਾ। ਬਿਰਥਾ ਜਨਮ ਗਵਾਇਆ ਮਰ ਜੰਮਹਿ ਵਾਰੋ ਵਾਰ। ਕੀ ਉਹਨਾਂ ਦਾ ਭਾਰ ਬਣਿਆ, ਕੀ ਇੱਥੇ ਆਣ ਕੇ ਸੰਸਾਰ ਤੇ ਉਹਨਾਂ ਨੇ ਕੀਤਾ। ਕਹਿੰਦੇ ਆਏ
ਤੇ ਖਾਲੀ ਆਏ ਖਾਲੀ ਚਲ ਗਏ। ਦੁੱਖ ਦੇ ਵਿੱਚ ਹੀ ਦੁੱਖ ਮਹਿਸੂਸ ਕਰ ਕਰਕੇ ਮਾਤ ਗਰਭ ਦਾ ਦੁੱਖ ਬੜਾ ਭਿਆਨਕ ਦੁੱਖ ਹੈ ਭਾਈ। ਪਰ ਉੱਥੇ ਤੋਂ ਪ੍ਰਮਾਤਮਾ ਨੇ ਰਖਵਾਲੀ ਕਰ ਦਿੱਤੀ। ਇੱਥੇ ਸੰਸਾਰ ਤੇ ਖਾਲੀ ਆਏ ਔਰ ਇਹ ਜਨਮ ਦੇ ਵਿੱਚ ਪ੍ਰਮਾਤਮਾ ਨੂੰ ਪਾਉਣ ਵਾਸਤੇ ਸਾਰੇ ਹੀਲੇ ਵਸੀਲੇ ਕਰਨੇ ਚਾਹੀਦੇ ਸਨ, ਕੋਈ ਨਹੀਂ ਕੀਤੇ। ਪਰ ਕਹਿੰਦੇ ਵੀ ਉਹ ਜੰਮੇ ਤੇ ਮਰੇ ਤੇ ਵਾਰ-ਵਾਰ ਸੰਸਾਰ ਦੇ ਉੱਤੇ ਆਉਂਦੇ ਜਾਂਦੇ ਇਸ ਤਰ੍ਹਾਂ ਦੇ ਜੀਵ ਰਹਿਣਗੇ। ਇਹ ਜਗ ਜਲਤਾ ਦੇਖ ਕੇ ਭਜ ਪਏ ਸਤਿਗੁਰ ਸਰਣਾ। ਕਈ ਐਸੇ ਗੁਰਮੁਖ ਪਿਆਰੇ ਬਣ ਜਾਂਦੇ ਨੇ ਜਦੋਂ ਇਹ ਸੰਸਾਰ ਦੇ ਨੂੰ ਦੇਖਦੇ ਦੂਸਰਿਆਂ ਨੂੰ ਚਿੰਤਾ ਦੇ ਰੋਗ ਲੱਗੇ ਹੁੰਦੇ ਨੇ, ਮਮਤਾ ਤੇ ਹੰਗਤਾ ਦੇ ਵਿੱਚ ਉਹ ਫਸੇ ਹੁੰਦੇ ਨੇ ਔਰ ਉਹ ਕਾਮ ਕ੍ਰੋਧ ਦੇ ਵਿੱਚ ਇੰਨੇ ਫਸੇ ਹੁੰਦੇ ਨੇ ਕਿ ਇਸ ਤਰ੍ਹਾਂ ਅਨੁਭਵ ਹੁੰਦੇ ਨੇ ਵੀ ਇਹ ਸੜੇ ਭੁੱਜੇ ਨੇ, ਅੰਦਰ ਇਹਨਾਂ ਦਾ ਬਿਲਕੁਲ ਸੜਿਆ ਹੋਇਆ ਹੈ, ਭੁੱਜਿਆ ਹੋਇਆ। ਤਾਂ ਦੇਖ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਤਰਸ ਆਉਂਦਾ। ਜਿਹੜੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਲੋਕ ਸੜੇ ਹੋਏ ਨੇ ਉਹਨਾਂ ਦੇ ਉੱਤੇ ਵੀ ਤਰਸ ਆਉਂਦਾ। ਪਰ ਉਹ ਐਸੇ ਜੀਵ ਹੁੰਦੇ ਨੇ ਜਿਹੜੀ ਕਿ ਕਿਸੇ ਦੀ ਗੱਲ ਮੰਨਦੇ ਨਹੀਂ, ਜਿਹੜੇ ਮਨਮੁਖ ਇਸ ਰੂਪ ਦੇ ਨੇ। ਤਾਂ ਫਿਰ ਜਿਹੜੇ ਸੁਚੇਤ ਹੋਏ ਹੁੰਦੇ ਨੇ ਉਹ ਭੱਜ ਕੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਡਿੱਗ ਪੈਂਦੇ ਨੇ ਕਿ ਮਹਾਰਾਜ ਸਾਨੂੰ ਇਹਨਾਂ ਦੁੱਖਾਂ, ਇਹਨਾਂ ਪਾਪਾਂ ਤੋਂ, ਇਹਨਾਂ ਦੈਂਤਾਂ ਤੋਂ ਬਚਾ ਲਵੋ। ਸਤਿਗੁਰ ਸੱਚ ਦਿੜਾਇਆ ਸਦਾ ਸੱਚ ਸੰਜਮ ਰਹਿਣਾ। ਫਿਰ ਉਹ ਕੀ ਕਰਦੇ ਨੇ? ਸਦਾ ਸੱਚੇ ਵਾਹਿਗੁਰੂ ਦੀ ਆਰਾਧਨਾ ਕਰਦੇ ਨੇ, ਕਮਾਈ ਕਰਦੇ ਨੇ ਨਾਮ ਦੀ, ਸਦਾ ਸੱਚ ਵਾਲਾ ਜੀਵਨ ਤੇ ਸੰਜਮ ਵਾਲਾ। ਜਿਹੜਾ ਸੰਜਮ ਦਾ ਮਤਲਬ ਹੁੰਦਾ ਆ ਵੀ ਜੇ ਸੰਜੋਗੀ ਸੰਤੋਖੀ ਵਾਲਾ ਜੀਵਨ ਬਤੀਤ ਕਰਦੇ ਹਨ ਇੱਥੇ ਸੰਸਾਰ ਤੇ। ਸਤਿਗੁਰ ਸੱਚਾ ਹੈ ਬੋਹਿ ਥਾ ਸਭ ਦੇ ਭਵ ਜਲ ਤਰਣਾ। ਸਤਿਗੁਰ ਹੀ ਵਾਹਿਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹ ਭਵ ਸਾਗਰ ਜਿਹੜਾ ਹੈ, ਵਿਕਾਰਾਂ ਦਾ ਭਰਿਆ ਅੱਗ ਦਾ ਜਿਹੜਾ ਸਮੁੰਦਰ ਹੈ, ਇਸ ਦੇ ਵਿੱਚ ਆਪਣੇ ਨਾਮ ਦਾ ਜਹਾਜ਼ ਆਪਣੇ ਪਿਆਰੇ ਨੂੰ ਬਖਸ਼ ਦਿੰਦੇ ਨੇ। ਉਹ ਵੇ ਜੀਵ ਉਸ ਸ਼ਬਦ ਨਹੀਂ, ਉਸ ਨਾਮ ਰਾਹੀਂ ਉਹਦੇ ਉੱਤੇ ਚੜ ਕੇ ਇਸ ਭਵ ਜਲ ਨੂੰ ਤਰ ਜਾਂਦੇ ਨੇ ਗੁਰੂ ਦੀ ਕਿਰਪਾ ਦੇ ਨਾਲ। ਲੱਖ 84 ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨ ਹੋਈ। 84 ਲੱਖ ਜੂਨਾਂ ਦੇ ਵਿੱਚ ਜੀਵ ਆਇਆ ਤੇ ਮਨੁੱਖਾ ਦੇਹ ਪ੍ਰਾਪਤ ਕੀਤੀ ਉਸਨੇ। ਤੇ ਪਰ ਕਹਿੰਦੇ ਲੱਖ 84 ਫਿਰਦੇ ਰਹੇ, 84 ਲੱਖ ਜੂਨ ਦੇ ਵਿੱਚ ਘੁੰਮਦਾ ਰਿਹਾ ਇਹ। ਤੇ ਇੱਥੇ ਕੀ ਹੋਇਆ? ਇੱਥੇ ਆਣ ਕੇ ਵੀ ਉਸ ਨੇ ਇਹ ਜਨਮ ਨੂੰ ਸਫਲ ਕਰਦਾ ਕੋਈ ਉਪਰਾਲਾ ਨਹੀਂ ਕੀਤਾ। ਉਹ ਵਾਹਿਗੁਰੂ ਨਿਰੰਕਾਰ ਸਤਿਗੁਰੂ ਦੇ ਨਾਲ ਨਹੀਂ ਜੁੜਿਆ ਤੇ ਫਿਰ ਉਸ ਨੂੰ ਕਿਸੇ ਤਰ੍ਹਾਂ ਦੀ ਮੁਕਤੀ ਪ੍ਰਾਪਤ ਨਹੀਂ ਹੋਈ। ਮੁੜ 84 ਜੂਨ ਦੇ ਵਿੱਚ ਪਏ ਰਹਿੰਦੇ ਹਨ। ਪੜ ਪੜ ਪੰਡਤ ਮੋਨੀ ਥਕੇ ਦੂਜੇ ਪਾਏ ਪਤ ਖੋਈ। ਬੜੇ ਪੰਡਤ ਨੇ ਜਿਨ੍ਹਾਂ ਨੇ ਅਨੇਕਾਂ ਧਰਮ ਦੇ ਗ੍ਰੰਥ ਪੜ੍ਹੇ ਤੇ ਮੋਨੀ ਜਿਹੜੇ ਕਿ ਬੋਲਦੇ ਨਹੀਂ, ਚੁੱਪ ਕਰਕੇ ਬੈਠੇ ਹੋਏ ਨੇ, ਮੌਨ ਧਾਰਨ ਕਰ ਕਰਕੇ ਥੱਕ ਚੁੱਕੇ ਨੇ। ਕਾਰਨ ਕਿ ਉਹਨਾਂ ਦੇ ਅੰਦਰੋਂ ਅਜੇ ਇਹ ਹਉਮੈ ਤੇ ਮਾਇਆ ਜਿਹੜੀ ਹੈ ਇਹ ਸਰੀਰ ਤੋਂ ਦੂਰ ਹੀ ਨਹੀਂ ਹੋਈ, ਉਹ ਕਰ ਹੀ ਨਹੀਂ ਸਕੇ। ਜਦੋਂ ਉਹ ਨਾ ਕਰ ਸਕੇ, ਭਾਵੇਂ ਗਿਆਨ ਉਹਨਾਂ ਨੇ ਬਥੇਰਾ ਇਕੱਠਾ ਕਰ ਲਿਆ, ਪਰ ਇਦੋਂ ਸੰਸਾਰ ਦੇ ਉੱਤੇ ਇਹਨਾਂ ਚੀਜ਼ਾਂ ਦੇ ਨਾਲ, ਵਿਕਾਰੀ ਵਸਤੂਆਂ ਦੇ ਨਾਲ ਜੁੜ ਕੇ ਉਹਨਾਂ ਨੇ ਆਪਣੀ ਇੱਜ਼ਤ ਆਬਰੂ ਇਤੋਂ ਸੰਸਾਰ ਤੋਂ ਗਵਾ ਕੇ ਜਾਂਦੇ ਹਨ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨ ਕੋਈ। ਨਿਰੰਕਾਰ ਵਾਹਿਗੁਰੂ ਕਹਿੰਦੇ ਨੇ ਬਿਨ ਸੱਚੇ ਅਵਰ ਨਾ ਕੋਈ। ਜਿਸ ਨੇ ਇਹ ਨਿਸ਼ਚੈ ਕਰ ਲਿਆ, ਜਿਸ ਨੂੰ ਇਹ ਗਿਆਨ ਹੋ ਗਿਆ ਕਿ ਸੱਚੇ ਤੋਂ ਬਗੈਰ, ਉਹ ਪ੍ਰੀਤਮ ਤੋਂ ਬਗੈਰ, ਨਿਰੰਕਾਰ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈ, ਫਿਰ ਉਹ ਉਹਨਾਂ ਦੇ ਆਣ ਕੇ ਡਿੱਗ ਪੈਂਦੇ ਨੇ। ਉਹ ਸਤਿਗੁਰ ਦੇ ਅੱਗੇ ਫਿਰ ਆਣ ਕੇ ਬੰਧਨਾ ਕਰਦੇ ਨੇ, ਡੰਡੌਤਾਂ ਕਰਦੇ ਨੇ ਤੇ ਸਤਿਗੁਰ ਕਿਰਪਾ ਕਰਕੇ ਆਪਣਾ ਸ਼ਬਦ ਉਹਨਾਂ ਨੂੰ ਸੁਣਾ ਦਿੰਦੇ ਨੇ, ਉਹਨਾਂ ਨੂੰ ਆਪਣੇ ਜੀਵ ਬਣਾ ਲੈਂਦੇ ਹਨ। ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ। ਜਿਨ੍ਹਾਂ ਤੇ ਕਿਰਪਾ ਹੋ ਗਈ ਉਹਨਾਂ ਨੇ ਜੀਵਨ ਨੂੰ ਸੱਚਾ ਬਣਾ ਲਿਆ, ਸੱਚੇ ਪ੍ਰਭੂ ਦੇ ਨਾਲ ਆਪਣਾ ਪ੍ਰੇਮ ਪਾ ਲਿਆ, ਸੱਚ ਦੇ ਨਾਲ ਉਹ ਜੁੜ ਗਏ, ਸੱਚੇ ਨਾਮ ਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ ਤੇ ਜੀਵਨ ਕਾਲ ਦੇ ਵਿੱਚ ਉਹ ਕੰਮ ਵੀ ਉਹ ਕਰਨਗੇ, ਰੋਜ਼ੀ ਰੋਟੀ ਕਮਾਉਣ ਵਾਸਤੇ ਉਹ ਸੱਚੀ ਕਾਰ ਕਰਨਗੇ ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਜਲ ਬਲ ਛਲ ਨਾ ਹੋਵੇ। ਤਿਨਾ ਨਿਜ ਕਰ ਵਾਸਾ ਪਾਇਆ
ਸੱਚੇ ਮਹਿਲ ਰਹਨ। ਉਹ ਫਿਰ ਕੀ ਮਾਇਆ ਦੀ ਭਟਕਣਾ ਤੋਂ ਬਚ ਜਾਂਦੇ ਨੇ ਭਾਈ। ਉਹ ਮਾਇਆ ਦੀ ਭਟਕਣਾ ਤੋਂ ਜਿਸ ਵੇਲੇ ਬਚ ਜਾਂਦੇ ਨੇ ਤੇ ਵਾਹਿਗੁਰੂ ਕਿਰਪਾ ਕਰ ਦਿੰਦੇ ਨੇ ਉਹਨਾਂ ਨੂੰ। ਫਿਰ ਉਹ ਜਿਹੜਾ ਨਿਜ ਘਰ ਹੈ, ਜਿਹੜਾ ਉਹਨਾਂ ਦਾ ਸਹੀ ਟਿਕਾਣਾ ਹੈ ਪਰਲੋਕ ਦੇ ਵਿੱਚ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ। ਨਾਨਕ ਭਗਤ ਸੁਖੀਏ ਸਦਾ, ਸੱਚੇ ਨਾਮ ਰਚਨ। ਗੁਰੂ ਨਾਮ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਨਾਮ ਦੀ ਮੋਹਰ ਲਾ ਕੇ, ਭਾਵੇਂ ਇਹ ਤੀਸਰੇ ਪਾਤਸ਼ਾਹ ਦੀ ਬਾਣੀ ਚੱਲ ਰਹੀ ਹੈ ਤੇ ਇਹ ਤੇ ਸਤਿਗੁਰ ਕਹਿੰਦੇ ਨੇ ਨਾਨਕ ਭਗਤ ਸੁਖੀਏ ਸਦਾ। ਜਿਹੜੇ ਸਤਿਗੁਰ ਦੀ ਬੰਦਗੀ ਕਰ ਕਰਕੇ ਜੀਵਨ ਜਿਨ੍ਹਾਂ ਨੇ ਸਫਲ ਕਰ ਲਿਆ, ਇਸ ਸੰਸਾਰ ਨੂੰ ਜਿੱਤ ਲਿਆ, ਉਹ ਸਦਾ ਹੀ ਸੁੱਖ ਦੇ ਵਿੱਚ ਹੀ ਰਹਿੰਦੇ ਨੇ ਤੇ ਸੱਚੇ ਨਾਮ ਦੇ ਵਿੱਚ ਉਹ ਲੀਨ ਹੋ ਜਾਂਦੇ ਨੇ। ਸੱਚੇ ਨਾਮ ਰਚਨ, ਹਰ ਵੇਲੇ ਉਹ ਵਾਹਿਗੁਰੂ ਦੀ ਸਿਫਤ ਸਲਾਹ ਦੇ ਵਿੱਚ ਹੀ ਜੁੜੇ ਰਹਿੰਦੇ ਨੇ ਤੇ ਉਹੀ ਰੰਗ ਉਹਨਾਂ ਨੂੰ ਚੜ ਜਾਂਦਾ ਹੈ। ਸ੍ਰੀ ਰਾਗ ਮਹਲਾ ਪੰਜਵਾਂ। ਜਾ ਕੋ ਮੁਸਕਲ ਅਤ ਬਣੈ, ਟੋਈ ਕੋਏ ਨ ਦੇ। ਇੱਥੇ 8 ਅਸਤਪਦੀਆਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਨ, ਉਹ ਸਮਾਪਤ ਹੋਈਆਂ। ਗੁਰੂ ਨੇ ਕਿਰਪਾ ਕੀਤੀ। ਇਹਨਾਂ 8 ਅਸ਼ਟਪਦੀਆਂ ਦਾ ਜਾਪ, ਇਹਨਾਂ 8 ਅਸ਼ਟਪਦੀਆਂ ਦੇ ਅਰਥ ਆਪ ਨਿਰੰਕਾਰ ਨੇ ਸਾਡੇ ਕੋਲੋਂ ਜੋ ਕਰਵਾਏ ਹਨ। ਇਹ ਭਾਈ ਸਾਡੀ ਕਾਇਆ ਨਹੀਂ ਹੈ, ਇਹ ਸਾਡੀ ਪਾਇਆ ਨਹੀਂ ਕਿ ਅਸੀਂ ਨਿਰੰਕਾਰ ਦੇ ਸੱਚੇ ਤੇ ਉੱਚੇ ਸੁੱਚੇ ਅਰਥ ਕਰ ਸਕੀਏ। ਇਹ ਜਿੱਦਾਂ ਉਹ ਬੁਲਾਉਂਦਾ ਹੈ, ਉਹ ਨਿਰੰਕਾਰ ਕਿਰਪਾ ਕਰਦਾ, ਉਸੇ ਤਰ੍ਹਾਂ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ, ਗੁਰੂ ਦੇ ਭਰੋਸੇ ਦੇ ਉੱਤੇ ਭਰੋਸਾ ਰੱਖ ਕੇ, ਗੁਰੂ ਦੇ ਸ਼ਰਨ ਦੇ ਵਿੱਚ ਬੈਠ ਕੇ ਆਪ ਜੀ ਦੀ ਸੇਵਾ ਕਰਦੇ ਹਾਂ। ਸੋ ਆਓ ਹੁਣ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਲੱਗੇ ਨੇ, ਹੁਣ ਸ੍ਰੀ ਰਾਗ ਮਹੱਲਾ ਪੰਜਵਾਂ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋ ਗਰਭ ਨ ਆਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰਨ ਲੱਗੇ ਨੇ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਦੀ ਜੋਤ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਰਾਮਦਾਸ ਨੇ ਜਿਸ ਵੇਲੇ ਟਿਕਾਈ, ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਰਜ 18 ਸਾਲ ਦੀ ਸੀ। ਔਰ ਜਿੰਨੇ ਕਾਰਜ ਨਿਰੰਕਾਰੀ ਜੋਤ ਨੇ ਗੁਰੂ ਅਰਜਨ ਮਹਾਰਾਜ ਸੱਚੇ ਪਾਤਸ਼ਾਹ ਦੇ ਘਟ ਦੇ ਵਿੱਚ ਸਰੀਰ ਦੇ ਵਿੱਚ ਬੈਠ ਕੇ ਕੀਤੇ, ਉਹਨਾਂ ਦਾ ਭਾਈ ਇਹ ਜਿਹੜੀ ਚਮਦੀ ਰਸਨਾ, ਇਹ ਜਿਹੜਾ ਚਮਦਾ ਸਰੀਰ ਹੈ, ਉਹ ਨਹੀਂ ਕਥਨ ਕਰ ਸਕਦਾ, ਪਰ ਤੁਸੀਂ ਸਾਰੇ ਸਿਆਣੇ ਹੋ। ਸੋ ਇਸ ਕਰਕੇ ਇੱਕ ਵਾਰ ਆਪਾਂ ਸਾਰੇ ਕਹੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹ ਸਾਡੇ ਉੱਤੇ ਹੁਣ ਕਿਰਪਾ ਕਰਨ ਲੱਗੇ ਨੇ। ਜਾ ਕੋ ਮੁਸਕਲ ਅਤ ਬਣੈ, ਟੋਈ ਕੋਏ ਨ ਦੇ। ਸਭ ਤੋਂ ਪਹਿਲਾਂ ਇਸ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਜੀਵਾਂ ਦੀ ਗੱਲ ਕਰਨਗੇ ਜਿਹੜੇ ਕਿ ਵਿਚਾਰੇ ਨੇ, ਜਿਨ੍ਹਾਂ ਦਾ ਕੁਝ ਵੀ ਸੰਸਾਰ ਦੇ ਉੱਤੇ ਕੋਈ ਵੀ ਬਾਂਹ ਫੜਨ ਵਾਲਾ ਨਹੀਂ ਹੈ, ਜਿਨ੍ਹਾਂ ਨੂੰ ਕੋਈ ਲਾਗੇ ਵੀ ਲੱਗਣ ਨਹੀਂ ਦਿੰਦਾ, ਨੀਚ ਜਾਤ ਕਹਿ ਕੇ ਉਹਨਾਂ ਨੂੰ ਧੱਕੇ ਮਾਰ ਕੇ ਦੂਰ ਕਰਦੇ ਨੇ। ਔਰ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਫਿਰ ਕਿਰਪਾ ਕਰਕੇ ਇਹ ਪਹਿਲੇ ਜਿਹੜੇ 4 ਬੰਦ ਹੋਣਗੇ ਇਸ ਸ਼ਬਦ ਦੇ, ਇਹਦੇ ਵਿੱਚ ਉਹਨਾਂ ਦਾ ਆਪਾਂ ਨੂੰ ਗਿਆਨ ਦੇਣਗੇ ਜਿਨ੍ਹਾਂ ਦਾ ਕੋਈ ਨਹੀਂ, ਤੇ ਜਿਹਦੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਪ੍ਰੇਰਨਾ ਦੇਣਗੇ, ਸਾਨੂੰ ਅੰਦਰੋਂ ਜਗਾਉਣਗੇ ਕਿ ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਮੈਂ ਹਾਂ। ਤੇ ਕਿਹੜੇ ਰੂਪ ਦੇ ਵਿੱਚ ਕਹਿੰਦੇ ਨੇ, ਜਾ ਕੋ ਮੁਸ਼ਕਲ ਅਤ ਬਣੇ। ਜਿਸ ਜੀਵ ਨੂੰ ਸੰਸਾਰ ਦੇ ਉੱਤੇ ਡਾਢੀਆਂ ਵੱਡੀਆਂ ਮੁਸ਼ਕਲਾਂ ਬਣ ਜਾਂਦੀਆਂ ਨੇ, ਔਰ ਕੋਈ ਕਿਸੇ ਤਰ੍ਹਾਂ ਦਾ ਰੋਗ ਲੱਗ ਜਾਂਦਾ ਹੈ, ਜਾਂ ਉਸ ਦੇ ਕੋਲ ਕਿਸੇ ਤਰ੍ਹਾਂ ਦੀ ਮਾਇਆ ਨਹੀਂ ਹੈ, ਕੋਈ ਹੋਰ ਐਸੀ ਵਸਤੂ ਨਹੀਂ ਹੈ ਜਿਹਦੇ ਕਾਰਨ ਕਰਕੇ ਇਹ ਮੁਸ਼ਕਲਾਂ ਆ ਕੇ ਬਣ ਗਈਆਂ, ਪਰ ਉਸ ਦਾ ਸਹਾਰਾ ਕੋਈ ਨਹੀਂ ਬਣਦਾ। ਕੋਈ ਵੀ ਉਸ ਨੂੰ ਢੋਈ ਸਹਾਰੇ ਨੂੰ ਕਹਿੰਦੇ ਨੇ, ਉਸ ਨੂੰ ਕੋਈ ਵੀ ਸਹਾਰਾ ਨਹੀਂ ਦਿੰਦਾ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭੱਜ ਖਲੇ। ਇੱਥੇ ਤੱਕ ਹੋ ਜਾਵੇ ਜੀਵਨ ਕਾਲ ਦੇ ਵਿੱਚ, ਐਸਾ ਸਮਾਂ ਆ ਜਾਵੇ ਕਿ ਜਿਹੜੇ ਸਾਡੇ ਘਰ ਮਿੱਤਰ ਸਨ ਉਹੀ ਦੁਸ਼ਮਣ ਬਣ ਜਾਵਣ, ਤੇ ਸਮਾਂ ਦੇ ਵਿੱਚ ਜਿਹੜੇ ਸਾਡੇ ਸਾਕ ਸੰਬੰਧੀ ਨੇ ਉਹ ਵੀ ਸਾਡੇ ਕੋਲੋਂ ਸਾਰੇ ਨੱਠ ਜਾਵਣ, ਦੂਰ ਹੋ ਜਾਵਣ, ਸਹਾਇਕ ਕੋਈ ਨਾ ਹੋਵੇ। ਸਭੋ ਭਜੈ ਆਸਰਾ, ਚੁਕੈ ਸਭ ਅਸਰਾਓ। ਹਰ ਕਿਸਮ ਦਾ ਆਸਰਾ, ਹਰ ਕਿਸਮ ਦਾ ਸਹਾਰਾ ਜਿਹੜਾ ਉਹ ਟੋਲ ਰਿਹਾ ਜੀਵ,
ਉਹਨੂੰ ਪ੍ਰਾਪਤ ਨਾ ਹੋਵੇ ਤੇ ਸਾਰੇ ਜਿਹੜੇ ਆਸਰੇ ਨੇ, ਸਹਾਰੇ ਦੇਣ ਵਾਲੇ ਨੇ ਉਸ ਜੀਵ ਨੂੰ, ਉਹ ਸਾਰੇ ਉਹਦੇ ਕੋਲੋਂ ਦੂਰ ਹੋ ਜਾਵਣ। ਚਿਤ ਆਵੇ ਉਸ ਪਾਰ ਬ੍ਰਹਮ, ਲਗੈ ਨ ਤਤੀ ਵਾਓ। ਉਹ ਕਿਤੇ ਉਸ ਵੇਲੇ ਉਹ ਵਾਹਿਗੁਰੂ ਪ੍ਰੀਤਮ ਨੂੰ ਯਾਦ ਕਰ ਲਵੇ, ਉਹਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਮੂਹਰੇ ਅਰਦਾਸ ਬੇਨਤੀ ਕਰ ਲਵੇ, ਸੱਚੇ ਗੁਰੂ ਦੇ ਮੂਹਰੇ, ਤਾਂ ਕਹਿੰਦੇ ਫੇਰ ਕੀ ਹੁੰਦਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣਾ ਹੱਥ ਦੇ ਕੇ ਉਹਨੂੰ ਕਿਸੇ ਤਰ੍ਹਾਂ ਦੀ ਵੀ ਤੱਤੀ ਹਵਾ ਤੱਕ ਨਹੀਂ ਲੱਗਣ ਦਿੰਦੇ। ਸਾਹਿਬ ਨਿਤਾਣਿਆ ਕਾ ਤਾਣ, ਜਿਹੜਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ 12 ਵਰ ਸੀ ਨਾ, ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਅਰਦਾਸ ਦੇ ਵਿੱਚ ਵੀ ਬੇਨਤੀ ਕਰਦੇ ਨੇ, ਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਪੱਤਿਆਂ ਦੀ ਪੱਤ, ਨਗਤਿਆਂ ਦੀ ਗੱਤ, ਨੇ ਆਸਰਿਆਂ ਦੇ ਆਸਰੇ। ਇਹ ਵਾਹਿਗੁਰੂ ਨਿਰੰਕਾਰ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਹਨ, ਜਿਹੜੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਬੈਠੇ ਹੋਏ ਹਨ। ਤੇ ਇੱਥੇ ਵੀ ਮਾਲਕ ਸਾਨੂੰ ਇਹ ਗਿਆਨ ਦਿੰਦੇ ਨੇ ਕਿ ਮੈਂ, ਗੁਰੂ ਜੀ ਕਹਿ ਰਹੇ ਨੇ ਕਿ ਇਹ ਜਿਹੜਾ ਸਾਹਿਬ ਹੈ ਉਹ ਤਾਂ ਤਾਣਿਆਂ ਦਾ, ਜਿਨ੍ਹਾਂ ਦਾ ਕੋਈ ਨਹੀਂ, ਉਹਨਾਂ ਦਾ ਉਹ ਆਸਰਾ ਤੇ ਸਹਾਰਾ ਬਣਦੇ ਹਨ। ਆਏ ਨ ਜਾਈ ਥਿਰ ਸਦਾ, ਗੁਰ ਸਬਦੀ ਸੱਚ ਜਾਣ। ਨਾ ਉਹ ਵਾਹਿਗੁਰੂ ਆਉਂਦਾ ਹੈ ਨਾ ਜਾਂਦਾ ਹੈ, ਸਦਾ ਥਿਰ ਇਹਦੂ ਸੰਸਾਰ ਦੇ ਉੱਤੇ ਟਿਕਿਆ ਹੋਇਆ ਭਾਈ। ਉਹਨੂੰ ਗੁਰੂ ਦੀ ਸ਼ਬਦ ਦੇ ਨਾਲ ਦੀ ਕਿਰਪਾ ਦੇ ਨਾਲ ਪਹਿਚਾਣ ਲੈ। ਉਹਨੂੰ ਆਪਾਂ ਜਾਣ ਵੀ ਉਦੋਂ ਹੀ ਸਕਦੇ ਹਾਂ ਜਿਸ ਨੇ ਭਗਤੀ ਦੇ ਮਾਰਗ ਦੇ ਉੱਤੇ ਤੁਰਦੇ ਤੁਰਦੇ ਅਸੀਂ ਸ਼ਬਦ ਨੂੰ ਪ੍ਰਗਟ ਕਰ ਲਿਆ। ਰਹਾਓ ਜੇ ਕੋ ਹੋਵੇ ਦੁਬਲਾ, ਨੰਗ ਭੁੱਖ ਕੀ ਪੀਰ। ਹੁਣ ਜਿਹੜੇ ਸਤਿਗੁਰਾਂ ਨੇ ਉੱਤੇ ਗੱਲ ਕੀਤੀ, ਦੁੱਖਾਂ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚੋਂ ਇੱਕ ਕਹਿੰਦੇ ਕੋਈ ਐਸਾ ਸਰੀਰ ਹੋਵੇ ਸੰਸਾਰ ਦੇ ਉੱਤੇ ਬੰਦਾ ਹੋਵੇ ਜਿਹੜਾ ਕਿ ਦੁਬਲਾ ਕਹਿੰਦੇ ਨੇ, ਕਮਜ਼ੋਰ, ਅਤ ਦਾ ਕਮਜ਼ੋਰ। ਹੁਣ ਕਮਜ਼ੋਰੀ ਇਹ ਨਹੀਂ ਸਰੀਰ ਕਾਰਨ ਕਰਕੇ, ਅੰਦਰੋਂ ਵੀ ਕਮਜ਼ੋਰੀ ਹੋ ਸਕਦੀ ਹੈ ਉਸ ਨੂੰ, ਔਰ ਇਹ ਕਮਜ਼ੋਰੀ ਦੇ ਕਾਰਨ ਕਰਕੇ ਉਹ ਹਰ ਵੇਲੇ ਡਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੋਵੇ। ਪਰ ਕੱਲਾ ਹੀ ਉਹ ਕਮਜ਼ੋਰ ਨਾ ਹੋਵੇ ਕਿ ਉਹ ਨੰਗ ਭੁੱਖ, ਉਹਦੇ ਕੋਲ ਨਾ ਕੁਝ ਖਾਣ ਨੂੰ ਹੋਵੇ ਤੇ ਨਾ ਕੁਝ ਪਹਿਨਣ ਨੂੰ ਹੋਵੇ, ਤੇ ਇਸ ਤਰ੍ਹਾਂ ਦੀ ਉਹਦੀ ਹਾਲਤ ਬਣੀ ਹੋਵੇ, ਇਸ ਤਰ੍ਹਾਂ ਦੀਆਂ ਪੀੜਾ ਉਹਨੂੰ ਆਣ ਕੇ ਦੁੱਖ ਚੁੰਬੜੇ ਹੋਣ। ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਇੱਕ ਖੋਟਾ ਪੈਸਾ ਵੀ ਉਹਦੇ ਕੋਲ ਨਹੀਂ ਹੈ, ਨਾ ਹੀ ਕੋਈ ਉਸ ਨੂੰ ਇੱਕ ਖੋਟਾ ਪੈਸਾ ਦੇ ਕੇ ਰਾਜੀ ਹੈ। ਤੇ ਉਸ ਵਿਚਾਲੇ ਦੇ ਉੱਤੇ ਕੀ ਹੁੰਦਾ, ਉਸ ਨੂੰ ਨਾ ਤਾਂ ਕੋਈ ਦਬੜਾ ਦਿੰਦਾ ਭਾਈ, ਤੇ ਨਾ ਹੀ ਕੋਈ ਉਸ ਨੂੰ ਲੋੜਾਂ ਉਹਦੀਆਂ ਪੂਰੀਆਂ ਕਰਦਾ। ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਜੀਵ ਉਹਨੂੰ ਧੀਰਜ ਨਹੀਂ ਦਿੰਦਾ, ਸਹਾਰਾ ਨਹੀਂ ਬਣਦਾ। ਸਵਾਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੇ ਕਾਜ। ਉਸ ਇਸ ਤਰ੍ਹਾਂ ਦਾ ਉਹ ਜੀਵ ਹੋਵੇ ਜਿਹੜਾ ਨੰਗਾ ਭੁੱਖਾ ਤੇ ਉਹ ਦੁਬਲਾ ਹੋਵੇ, ਕਹਿੰਦੇ ਉਹਦਾ ਕੰਮ ਕੋਈ ਵੀ ਸਿਰੇ ਨਾ ਚੜੇ। ਜਿਹੜੇ ਕੰਮ ਨੂੰ ਹੱਥ ਲਾਵੇ ਉਹੀ ਕੰਮ ਉਹਦਾ ਫੇਲ ਹੋ ਜਾਵੇ, ਕੋਈ ਵੀ ਕਾਜ ਉਹਦਾ ਸਿਰੇ ਨਾ ਚੜੇ। ਤੇ ਕਾਰਨ ਕਿ ਉਹਦੇ ਕੋਲ ਨਾ ਤਾਂ ਪੈਸਾ ਹੈ ਕਾਰਜ ਸ਼ੁਰੂ ਕਰਨ ਵਾਸਤੇ, ਨਾ ਕੋਈ ਸਹਾਰਾ ਹੈ, ਤੇ ਨਾ ਹੀ ਕੋਈ ਕੱਪੜਾ ਹੈ, ਤੇ ਨਾ ਹੀ ਭੁੱਖ ਹੈ। ਸੋ ਇਸ ਕਾਰਨ ਕਰਕੇ ਉਹਦਾ ਕੋਈ ਵੀ ਕਾਰਜ ਨਿਪਰੇ ਨਾ ਚੜੇ। ਚਿਤ ਆਵੇ ਉਸ ਪਾਰ ਬ੍ਰਹਮ, ਤਾਨੇ ਚਲ ਹੋਵੇ ਰਾਜ। ਕਹਿੰਦੇ ਜੇ ਕਿਤੇ ਉਹ ਆਣ ਕੇ ਵਾਹਿਗੁਰੂ ਦੀ ਸ਼ਰਨ ਦੇ ਵਿੱਚ, ਨਿਰੰਕਾਰ ਦੀ ਸ਼ਰਨ ਦੇ ਵਿੱਚ ਡਿੱਗ ਜਾਵੇ ਤੇ ਚਿੱਤ ਦੇ ਵਿੱਚ, ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਦੇ ਨੂੰ ਵਸਾ ਲਵੇ, ਅਰਦਾਸੀਆ ਬਣ ਜਾਵੇ, ਸਤਿਗੁਰੂ ਮੋਹਰੇ ਡੰਡੌਤਾਂ ਕਰੇ, ਬੰਦਨਾ ਕਰੇ, ਮਿਹਨਤਾਂ ਕਰੇ, ਤਾਂ ਵਾਹਿਗੁਰੂ ਏਡੇ ਦਿਆਲੂ ਕਿਰਪਾਲੇ ਨੇ, ਕਹਿੰਦੇ ਉਹਨੂੰ ਐਸਾ ਰਾਜ ਬਖਸ਼ਿਸ਼ ਕਰ ਦੇਣਗੇ ਜਿਹੜਾ ਕਿ ਨਿਹਚਲ ਅਟਲ ਰਾਜ ਜਿਹੜਾ ਹੈ। ਜਾ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਅਨੇਕਾਂ ਤਰ੍ਹਾਂ ਦੇ ਸਰੀਰ ਨੂੰ ਰੋਗ ਲੱਗੇ ਹੋਣ, ਉਹਨਾਂ ਦਾ ਕਾਰਨ ਕਰਕੇ ਜੀਵ ਹਰ ਵੇਲੇ ਚਿੰਤਾ ਦੇ ਵਿੱਚ ਹੀ ਫਸਿਆ ਹੋਵੇ। ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਇਦੂ ਰੂਪ ਦੇ ਵਿੱਚ ਵੀ ਉਹਨੂੰ ਚਿੰਤਾ ਬਣੀ ਰਹੇ ਵੀ ਜਿਹੜਾ ਗ੍ਰਸਤ ਦੇ ਵਿੱਚ ਜੋ ਜੀਵ ਗ੍ਰਸਤੀ ਹੈ, ਫਿਰ ਉਹਦੇ ਵਿੱਚ ਕੀ ਹੁੰਦਾ ਹੈ, ਗ੍ਰਸਤ ਦੇ ਜੰਜਾਲਾਂ ਦੇ ਵਿੱਚ
ਵੀ ਇਹ ਮੇਰੀ ਇਸਤਰੀ ਆ, ਇਹ ਮੇਰੇ ਪੁੱਤਰ ਨੇ, ਇਹ ਮੇਰੀਆਂ ਧੀਆਂ ਨੇ, ਔਰ ਇਹਨਾਂ ਦੇ ਖਾਣ ਪੀਣ ਵਾਸਤੇ, ਇਹਨਾਂ ਦੀ ਪਾਲਣ ਪੋਸ਼ਣ ਵਾਸਤੇ ਉਸ ਨੂੰ ਕਈ ਤਰ੍ਹਾਂ ਦੀ ਮਸ਼ੱਕਤ ਕਰਨੀ ਪੈਂਦੀ, ਕਈ ਤਰ੍ਹਾਂ ਦੇ ਕਾਰਜ ਕਰਨੇ ਪੈਂਦੇ ਨੇ। ਤੇ ਕੀ ਹੁੰਦਾ, ਉਹ ਕਿ ਜਦੋਂ ਉਹ ਰਾਤ ਨੂੰ ਆਉਂਦਾ ਘਰ, ਬਹੁਤਾ ਕੁਝ ਇਕੱਠਾ ਕਰ ਨਾ ਸਕਿਆ, ਤਾਂ ਫਿਰ ਉਹ ਹਰਖ ਉਹ ਵਿਚਾਰਾ ਚਿੰਤਾ ਦੇ ਵਿੱਚ ਚਲੇ ਜਾਂਦਾ। ਉਹ ਹਿਰਖ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੰਦਾ ਹੈ। ਇਸ ਕਰਕੇ ਕਦੀ ਉਹਨੂੰ ਇਹ ਹਰਖ ਵਾਲਾ ਜਿਹੜਾ ਰੋਗ ਹੈ ਉਸ ਨੂੰ ਪ੍ਰਾਪਤ ਹੁੰਦਾ ਹੈ, ਕਦੀ ਉਹਨੂੰ ਸੋਗ ਮਿਲਦਾ ਹੈ, ਤੇ ਕਦੀ ਉਹ ਇਹਨਾਂ ਨੂੰ ਦੇਖ ਕੇ ਖੁਸ਼ ਵੀ ਹੋ ਜਾਂਦਾ ਹੈ। ਸੋ ਦੋਨਾਂ ਦੇ ਵਿੱਚ ਇਸ ਦਾ ਉਹਦਾ ਦੋਨਾਂ ਪੱਖੀ ਰੂਪ ਬਣ ਜਾਂਦਾ ਹੈ। ਚਿੰਤਾ ਵੀ ਬੜੀ ਹੈ ਉਸ ਨੂੰ, ਤੇ ਕੁਟੁੰਬ ਨੂੰ ਦੇਖ ਕੇ ਕਦੀ ਉਹ ਹੱਸਦਾ ਤੇ ਕਦੀ ਰੋਂਦਾ ਹੈ। ਗੌਣ ਕਰੇ ਚਹੁ ਕੁੰਟਕਾ, ਕੜੀ ਨ ਬੈਸਣ ਸੋਏ। ਇਹਨਾਂ ਦੀ ਪਾਲਣਾ ਪੋਸਣਾ ਵਾਸਤੇ ਉਹ ਚਾਰੇ ਦਿਸ਼ਾ ਦੇ ਵਿੱਚ ਭੱਜਿਆ ਹੀ ਫਿਰੇ, ਇੱਕ ਘੜੀ ਵੀ ਉਸ ਨੂੰ ਆਰਾਮ ਜਾਂ ਵਹਿਣ ਨੂੰ ਟਾਈਮ ਨਾ ਮਿਲੇ। ਚਿਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਵਾਹਿਗੁਰੂ ਜੀਓ, ਇੱਕ ਵਾਰ ਕਿਤੇ ਹਿਰਦੇ ਦੇ ਵਿੱਚ ਵਾਹਿਗੁਰੂ ਆਣ ਕੇ ਉਹਦੇ ਭਾਈ ਬਸ ਜਾਵੇ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਵੱਡੇ ਵੱਡੇ ਚਿੰਤਾ ਦੇ ਰੋਗ ਨੇ ਉਹ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਉਸ ਵੇਲੇ। ਇਸ ਤਰ੍ਹਾਂ ਦੇ ਜੀਵ ਦਾ ਮਨ ਤੇ ਤਨ ਸੀਤਲ ਹੋ ਜਾਂਦਾ, ਆਨੰਦ ਦੇ ਵਿੱਚ ਆ ਜਾਂਦਾ, ਠੰਡਾ ਹੋ ਜਾਂਦਾ ਹੈ। ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ। ਸੰਸਾਰੀ ਜੀਵ ਕੋ ਐਸਾ ਹੋਵੇ ਜਿਹੜਾ ਕਾਮ ਕ੍ਰੋਧ ਦੇ ਮੋਹ ਦੇ ਵਿੱਚ ਫਸਿਆ ਹੋਵੇ, ਕਾਮ ਵਾਸ਼ਨਾ ਉਸ ਨੂੰ ਅਤਿਅੰਤ ਦੁਖੀ ਕਰਦੀਆਂ ਹੋਣ, ਕ੍ਰੋਧ ਵੀ ਉਹਦੇ ਅੰਦਰ ਬਹੁਤ ਵੱਡਾ ਦੈਂਤ ਬਣ ਕੇ ਬੈਠਾ ਹੋਵੇ, ਮੋਹ ਜਿਹੜਾ ਹੈ ਉਹ ਉਸ ਦਾ ਖਹਿੜਾ ਹੀ ਨਾ ਛੱਡਦਾ ਹੋਵੇ। ਭਾਈ ਉਹ ਜਿਹੜੇ ਇਸ ਤਰ੍ਹਾਂ ਦੇ ਜੀਵ ਹੁੰਦੇ ਨੇ ਜਿਨ੍ਹਾਂ ਨੂੰ ਇਹ ਚੀਜ਼ਾਂ ਨੇ ਲੁੱਟਿਆ ਹੁੰਦਾ ਹੈ, ਤੇ ਕਿਰਪਨ ਕਹਿੰਦੇ ਨੇ ਕੰਜੂਸ, ਅੱਤ ਦਾ ਕੰਜੂਸ ਹੋਵੇ, ਜਿਹੜਾ ਕਿ ਇੱਕ ਦਮੜਾ ਵੀ ਹੱਥੋਂ ਨਾ ਛੱਡ ਸਕੇ, ਤੇ ਲੋਭ ਜਿਹੜਾ ਲੋਭ ਦੇ ਵਿੱਚ ਗਰਸਿਆ ਹੋਵੇ, ਲੋਭ ਦੇ ਨਾਲ ਅਟੁੱਟ ਉਸ ਦਾ ਪਿਆਰ ਹੋਵੇ। ਚਾਰੇ ਕਿਲ ਵਿਖ ਉਨ ਅਗ ਕੀਏ, ਹੋਆ ਅਸੁਰ ਸੰਘਾਰ। ਚਾਰੇ ਕਿਲ ਵਿਖ ਉਨ ਅਗ ਕੀਏ, ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਚਾਰ ਕਿਲਵਿਖ ਕਿਹੜੇ ਨੇ, ਚਾਰ ਵਿਕਾਰਾਂ ਦੇ ਉਹ ਵਸ ਹੋਇਆ ਹੋਵੇ, ਉਹ ਚਾਰੇ ਵਿਕਾਰਾਂ ਦੇ ਉੱਗੇ ਪਾਪ ਕਰ ਚੁੱਕਿਆ ਹੋਵੇ। ਵੱਡੇ ਪਾਪ ਕਿਹੜੇ ਨੇ ਭਾਈ? ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਕਥਨ ਕਰਦੇ ਨੇ, ਚਾਰ ਜਿਹੜੇ ਵੱਡੇ ਪਾਪ ਨੇ। ਬ੍ਰਾਹਮਣ ਕੈਲੀ ਘਾਤ ਕਵੰਚਕਾ, ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆ, ਸਦਾ ਸਦਾ ਅਭਿਮਾਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬ੍ਰਾਹਮਣ ਦਾ ਮਾਰਨਾ, ਕਿਉਂਕਿ ਸਮਾਂ ਦੇਖਣਾ ਆਪਾਂ ਵੀ ਉਸ ਜਦੋਂ ਸਤਿਗੁਰਾਂ ਸੱਚੇ ਪਾਤਸ਼ਾਹ ਨੇ ਇਹ ਸ਼ਬਦ ਦੀ ਉਚਾਰਨਾ ਕੀਤੀ, ਸ਼ਬਦ ਸੰਸਾਰ ਨੂੰ ਬਖਸ਼ਿਸ਼ ਕੀਤਾ, ਉਸ ਵੇਲੇ ਸਮਾਂ ਕਿਸ ਤਰ੍ਹਾਂ ਦਾ ਸੀ। ਉਸ ਸਮੇਂ ਨੂੰ ਥੋੜਾ ਜਿਹਾ ਮੁੱਖ ਰੱਖਿਓ, ਥੋੜਾ ਜਿਹਾ ਆਪਣੇ ਮਨ ਨੂੰ ਉਧਰ ਨੂੰ ਲੈ ਕੇ ਚੱਲ ਜਾਓ। ਉਹਨਾਂ ਸਮਿਆਂ ਦੇ ਵਿੱਚ ਇਹ ਚਾਰ ਵੱਡੇ ਪਾਪ ਮੰਨੇ ਗਏ ਸਨ। ਬ੍ਰਾਹਮਣ ਨੂੰ ਮਾਰਨਾ, ਕਾਲੀ ਗਊ ਦਾ ਮਾਰਨਾ, ਲੜਕੀ ਦਾ ਮਾਰਨਾ, ਤੇ ਔਰ ਵੇਸਵਾ ਦੇ ਹੱਥ ਦਾ ਅੰਨ ਖਾਣਾ, ਇਹ ਬਹੁਤ ਚਾਰੇ ਵੱਡੇ ਪਾਪ ਸਨ। ਕਹਿੰਦੇ ਉਹ ਐਸਾ ਕੋਈ ਜੀਵ ਹੋਵੇ ਉਸ ਨੇ ਇਹ ਚਾਰੇ ਪਾਪ ਕਰ ਰਿਹਾ ਹੋਵੇ, ਤੇ ਹੋਵੇ ਅਸਰ ਸੰਘਾਰ। ਕਹਿੰਦੇ ਅਸਰ ਕਹਿੰਦੇ ਨੇ ਜਿਹੜਾ ਕਿ ਦੈਂਤ ਦੀ ਬੁੱਧੀ ਵਰਗਾ ਉਹ ਹੋਵੇ, ਜਿਹੜਾ ਦੈਂਤ ਦੀ ਬੁੱਧੀ ਵਰਗਾ ਹੋਵੇਗਾ, ਉਹਦੇ ਉੱਤੇ ਦੈਂਤ ਦੀ ਬੁੱਧੀ ਨੇ ਅਸਰ ਪੂਰਾ ਪਾਇਆ ਹੋਵੇਗਾ। ਤੇ ਉਸ ਇਸ ਤਰ੍ਹਾਂ ਦਾ ਵੀ ਜਿਹੜਾ ਕੋਈ ਜੀਵ ਹੋਵੇ ਤਾਂ ਲੋਕ ਕਹਿਣ ਵੀ ਇਹਨੂੰ ਜੀਂਦੇ ਨੂੰ ਮਾਰ ਦੇਣਾ ਹੀ ਚੰਗਾ ਹੈ, ਇੰਨਾ ਉਹ ਕੁਕਰਮੀ ਹੋਵੇ। ਪੋਥੀ ਗੀਤ ਕਵਿਤ ਕਿਛ ਕਦੇ ਨ ਕਰਨ ਤਰਿਆ। ਕਦੀ ਵੀ ਉਸ ਨੇ ਧਰਮ ਦੇ ਗ੍ਰੰਥ ਨਹੀਂ ਪੜ੍ਹੇ, ਕਦੀ ਵੀ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਕੋਈ ਕਵਿਤਾ ਤੱਕ ਨਹੀਂ ਉਸ ਨੇ ਸੁਣੀ, ਤੇ ਕਦੀ ਵੀ ਉਹਨੇ ਕੰਨਾਂ ਨੂੰ ਸਤਿਗੁਰ ਦੀ ਵਿਚਾਰ ਵੱਲ ਨੂੰ ਨਹੀਂ ਜੋੜਿਆ। ਚਿਤ ਆਵੇ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਕਹਿੰਦੇ ਏਡਾ ਵੱਡਾ ਦੁਸ਼ਟ, ਏਡਾ ਵੱਡਾ ਪਾਪੀ, ਏਡਾ ਵੱਡਾ ਕੁਕਰਮੀ, ਏਡਾ ਵੱਡਾ ਇਹ ਕਾਮੀ ਜੀਵ,
ਜੇ ਕਿਤੇ ਏਦੂ ਵਿਕਾਰਾਂ ਦੇ ਵਿੱਚੋਂ ਨਿਕਲ ਕੇ ਉਹ ਵਾਹਿਗੁਰੂ ਨੂੰ ਇੱਕ ਵਾਰ ਹਿਰਦੇ ਦੇ ਵਿੱਚ ਵਸਾ ਲਵੇ ਤੇ ਉਸ ਦੇ ਸਿਮਰਨ ਸ਼ੁਰੂ ਕਰ ਦੇਵੇ, ਤੇ ਜੇ ਸਿਮਰਨ ਕਰਦਾ ਕਰਦਾ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦਿੰਦੇ ਨੇ, ਉਸ ਨੂੰ ਵਿਕਾਰਾਂ ਦੇ ਵਿੱਚੋਂ ਕੱਢ ਕੇ ਸਤਿਗੁਰ ਜੀ ਗੁਣਾਂ ਦੇ ਵਿੱਚ ਲੈ ਕੇ ਆ ਜਾਂਦੇ ਨੇ, ਔਰ ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਇਹ ਭਵ ਤੋਂ ਸਾਗਰ ਤੋਂ ਤਰ ਕੇ ਲੰਘ ਜਾਂਦਾ ਹੈ। ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਚਾਰੇ ਸ਼ਾਸਤਰ ਹੁਣ ਗਾਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕੀ ਕਰਦੇ ਨੇ, ਇਹ ਤਾਂ ਜਿਹੜੇ ਮਹਾਰਾਜ ਨੇ ਚਾਰ ਚਰਨ ਚਾਰ ਅਸ਼ਟਪਦੀਆਂ ਜਿਹੜੀਆਂ ਇਹ ਸਨ, ਇਹ ਦੱਸੀਆਂ ਇੱਕ ਇਨਸਾਨ ਕਿੰਨਾ ਗਿਰਿਆ ਹੋਵੇ, ਕਿੰਨਾ ਨੀਚ ਇਨਸਾਨ ਹੋਵੇ, ਔਰ ਕਿੰਨਾ ਮਾੜਾ ਇਨਸਾਨ ਹੋਵੇ, ਕਿੰਨਾ ਗਰੀਬ ਹੋਵੇ, ਕਿੰਨਾ ਭੁੱਖਾ ਹੋਵੇ, ਕਿੰਨਾ ਕਮਜ਼ੋਰ ਹੋਵੇ, ਜਿਹਦਾ ਕੋਈ ਆਸਰਾ ਨਾ ਹੋਵੇ, ਕੋਈ ਉਹਦਾ ਸਹਾਰਾ ਨਾ ਹੋਵੇ। ਸਤਿਗੁਰਾਂ ਨੇ ਚਾਰ ਅਸ਼ਟਪਦੀਆਂ ਦੇ ਵਿੱਚ ਇਹ ਸਾਨੂੰ ਗਿਆਨ ਦਿੱਤਾ ਕਿ ਇਦਾਂ ਦਾ ਕੋਈ ਆਣ ਕੇ ਸਤਿਗੁਰ ਦੀ ਸ਼ਰਨ ਦੇ ਵਿੱਚ ਡਿੱਗ ਪਵੇ, ਆਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵੀ ਉੱਚੇ ਤੇ ਸੁੱਚੇ ਜੀਵਨ ਵਾਲੇ ਬਣਾ ਦਿੰਦੇ ਹਨ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਨ ਲੱਗੇ ਨੇ ਕਿਰਪਾ ਉਹਨਾਂ ਦੇ ਉੱਤੇ, ਉਹਨਾਂ ਬਾਰੇ ਗੱਲ ਕਰਨ ਲੱਗੇ ਨੇ ਕਿ ਕਹਿੰਦੇ ਜਿਹੜੇ ਕਿ ਜੀਵ ਇਹਦੂ ਸੰਸਾਰ ਦੇ ਉੱਤੇ ਆਣ ਕੇ ਮਾੜੇ ਕਰਮਾਂ ਦੇ ਨਾਲ ਜੁੜੇ ਹੋਣ ਤੇ ਵਾਹਿਗੁਰੂ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਕਿਰਪਾ ਕਰਦੇ ਨੇ। ਦੁਬਾਰਾ ਪੜਿਓ। ਸਾਸਤ ਸਿਮਰਤ ਵੇਦ ਚਾਰ ਮੁਖਾਗਰ ਵਿਚਰੇ। ਸੰਸਾਰ ਦੇ ਉੱਤੇ ਕੋਈ ਐਸਾ ਜੀਵ ਹੋਵੇ ਇੰਨੀ ਕਮਾਈ ਕਰਨ ਵਾਲਾ ਹੋਵੇ ਕਿ ਉਹਨਾਂ ਦੇ 6 ਸ਼ਾਸਤਰ 27 ਸਿਮਰਤੀਆਂ ਤੇ 4 ਵੇਦ ਉਹਦੀ ਰਸਨਾ ਦੇ ਉੱਤੇ ਬੈਠੇ ਹੋਣ। ਤਪੇ ਤਪੀਸਰ ਜੋਗੀਆ ਤੀਰਥ ਗਵਨ ਕਰੇ। ਬੇਅੰਤ ਵਾਰ ਪੁੱਠਾ ਲਮਕ ਕੇ ਥੱਲੇ ਧੂਣੀਆਂ ਜਵਾ ਕੇ ਤਪ ਵੀ ਕੀਤਾ ਹੋਵੇ, ਔਰ ਵੱਡਾ ਤਪ ਕਰ ਕਰਕੇ ਉਹ ਤਪੀਸਰ ਬਣ ਜਾਵੇ, ਤਪੀਆਂ ਦਾ ਜਿਹੜੇ ਤਪੇ ਨੇ ਉਹਨਾਂ ਦਾ ਗੁਰੂ ਬਣ ਜਾਵੇ। ਇਸੇ ਤਰ੍ਹਾਂ ਉਹ ਵੱਡਾ ਜੋਗੀ ਬਣ ਜਾਵੇ, ਜੋਗ ਤੋਂ ਕਮਾ ਕੇ, ਤੇ ਤੀਰਥਾਂ ਦੇ ਉੱਤੇ ਹਰ ਵੇਲੇ ਆਉਂਦਾ ਜਾਵੇ, ਤੇ ਤੀਰਥਾਂ ਦੇ ਉੱਤੇ ਵੱਖਰੇ ਵੱਖਰੇ ਤੀਰਥਾਂ ਤੇ ਇਸ਼ਨਾਨ ਕਰਦਾ ਫਿਰੇ। ਖਟ ਕਰਮਾਂ ਤੇ ਦੁੱਗਣੇ ਪੂਜਾ ਕਰਤਾ ਨਾਏ। 6 ਪ੍ਰਕਾਰ ਦੇ ਕਰਮ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਾਂ ਨੂੰ ਉਹਨਾਂ ਦਾ ਗਿਆਨ ਦਿੰਦੇ ਨੇ, ਪਰ ਕਹਿੰਦੇ ਉਹ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਬਣਾਇਆ ਹੋਵੇ, ਉਹਨੇ ਆਪਣਾ ਭੇਖ ਇਸ ਤਰ੍ਹਾਂ ਦਾ ਰੱਖਿਆ ਹੋਵੇ 6 ਕਰਮ ਨਹੀਂ ਉਹ ਤੋਂ ਦੁੱਗਣੇ ਕਰੇ ਪੂਜਾ ਤੇ ਔਰ ਉਹ ਕਰਮ ਕਰੇ। ਉਹ 6 ਕਰਮ ਕਿਹੜੇ ਨੇ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਜਗ ਕਰਨਾ ਇਹ ਵੀ ਇੱਕ ਕਰਮ ਹੈ, ਜਗ ਕਰਾਉਣਾ, ਵੇਦ ਪੜ੍ਹਨਾ, ਵੇਦ ਪੜਾਉਣਾ, ਦਾਨ ਲੈਣਾ, ਦਾਨ ਦੇਣਾ, ਸੰਧਿਆ ਵੇਲੇ ਇਸ਼ਨਾਨ ਕਰਨਾ, ਸਵੇਰ ਤੱਕ ਕਰਨਾ ਹੀ ਕਰਨਾ, ਜਪ ਕਰਨਾ, ਹੋਮ ਜਗ ਕਰਨੇ। ਇਸ ਤਰ੍ਹਾਂ ਦੇ ਨਾਲ ਆਪ ਫਿਰ ਇਸ਼ਨਾਨ ਕਰਕੇ ਫਿਰ ਇਸ਼ਨਾਨ ਕਰਕੇ ਆਪਣੇ ਆਪ ਨੂੰ ਬਾਹਰੋਂ ਪਵਿੱਤਰ ਸਮਝ ਕੇ ਉਹ ਠਾਕਰਾਂ ਨੂੰ, ਉਹ ਜਿਹੜੀਆਂ ਪੱਥਰ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਨਲਾਉਣਾ। ਇਸ ਤਰ੍ਹਾਂ ਦੇ ਇਹ ਜਿਹੜੇ ਨੇ ਇਹ ਇਹਨਾਂ ਦੇ ਧਰਮ ਦੇ ਉਦੋਂ ਸਮੇਂ ਸਨਾਤਨ ਧਰਮ ਦੇ ਜਿਹੜੇ 6 ਪ੍ਰਕਾਰ ਦੇ ਕਰਮ ਸਨ। ਤਾਂ ਕਹਿੰਦੇ ਵੀ ਕੋਈ ਐਸਾ ਜੀਵ ਹੋਵੇ ਜਿਹੜਾ ਜਪ ਤਪ ਦੇ ਵਿੱਚ ਵੀ ਪੱਕਾ ਹੋਵੇ, ਕਈ ਵਾਰੀ ਤੀਰਥ ਯਾਤਰਾ ਦੇ ਉੱਤੇ ਬੇਅੰਤ ਵਾਰੀ ਗਿਆ ਹੋਵੇ, ਸ਼ਾਸਤਰ ਵੇਦ ਸਿਮਰਤੀਆਂ ਉਹਦੀਆਂ ਰਸਨਾ ਦੇ ਉੱਤੇ ਬੈਠੀਆਂ ਹੋਣ, ਤੇ ਇਹ ਕਰਮ ਅਨੇਕਾਂ ਵਾਰੀ ਕਰ ਚੁੱਕਾ ਹੋਵੇ ਔਰ ਕਰ ਰਿਹਾ ਹੋਵੇ, ਤੇ ਇਹਦੇ ਨਾਲੋਂ ਦੂਣਿਆਂ ਹੋਰ ਕਰ ਰਿਹਾ ਹੋਵੇ। ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਵਾਹਿਗੁਰੂ ਜੀ ਕਹਿੰਦੇ ਨੇ ਵੀ ਜੇ ਉਹਦਾ ਅੰਦਰ ਅਜੇ ਵੀ ਵਿਕਾਰਾਂ ਦੇ ਵਿੱਚ ਹੀ ਫਸਿਆ ਹੋਇਆ ਹੈ, ਭਰਮਾਂ ਦੇ ਵਿੱਚ ਫਸਿਆ ਹੋਇਆ, ਦੂਸਰਿਆਂ ਨੂੰ ਗਿਆਨ ਦਿੰਦਾ, ਆਪ ਉਹ ਗਿਆਨ ਦੇ ਨਾਲ ਆਪਣਾ ਜੀਵਨ ਪਵਿੱਤਰ ਨਹੀਂ ਕਰ ਰਿਹਾ, ਪਾਰ ਬ੍ਰਹਮ ਵਾਹਿਗੁਰੂ ਨਿਰੰਕਾਰ ਭਗਵਾਨ ਦਾ ਰੰਗ ਹੀ ਉਹਨੂੰ ਨਹੀਂ ਲੱਗਿਆ, ਭਾਈ ਉਹ ਅੰਤ ਦੇ ਉੱਤੇ ਜਾ ਕੇ ਨਰਕਾਂ ਦੇ ਵਿੱਚ ਜਾਵੇਗਾ। ਨਰਕਾਂ ਦੇ ਵਿੱਚ ਕਿਹੜੇ ਰੂਪ ਦੇ ਨਾਲ ਜਾਵੇਗਾ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਉਹ ਸਰਪਰ ਇੱਥੇ ਸੱਪ ਨੂੰ ਨਹੀਂ ਆਖਿਆ, ਇੱਥੇ ਜ਼ਰੂਰ ਉਹ ਮਹਾਰਾਜ ਕਹਿੰਦੇ ਵੀ ਇਹ ਮੇਰਾ ਦਾਵਾ ਆ, ਇਹ ਮੇਰਾ ਬਚਨ ਨੂੰ ਤੁਸੀਂ ਚੰਗੀ ਤਰ੍ਹਾਂ ਸਮਝ ਲਵੋ, ਉਹ ਅੰਤ ਦੇ ਉੱਤੇ ਨਰਕਾਂ ਦੇ ਵਿੱਚ ਜ਼ਰੂਰ ਜਾਵੇਗਾ। ਰਾਜ ਮਿਲਕ ਸਿਕਦਾਰੀਆ ਰਸ ਭੋਗਣ ਵਿਸਥਾਰ। ਭਾਵੇਂ ਕਿਸੇ ਦੇਸ਼ ਦਾ ਰਾਜਾ ਹੋਵੇ ਔਰ ਉਸ ਸਿਕਦਾਰੀਆ
ਜਾਣੀ ਕਿ ਇਹ ਇਸ ਤਰ੍ਹਾਂ ਦਾ ਹੋਵੇ ਕਿ ਜ਼ਗੀਰਾਂ ਦਾ ਮਾਲਕ ਹੋਵੇ, ਜਿਹਨੂੰ ਕਹਿੰਦੇ ਆਪਾਂ ਮਿਲਕ। ਰਾਜ ਕਿਸੇ ਵੀ ਮੁਲਕ ਦਾ ਉਹਦੇ ਕੋਲ ਰਾਜ ਹੋਵੇ, ਤੇ ਫਿਰ ਮਿਲਕ ਜਿਹੜਾ ਕਿ ਜ਼ਗੀਰਾਂ ਦਾ ਮਾਲਕ ਹੋਵੇ। ਸਰਦਾਰੀਆਂ ਵੀ ਬੜੀਆਂ ਉਹਦੇ ਕੋਲ ਹੋਣ। ਹੁਣ ਸਰਦਾਰੀਆਂ ਕਿੱਦਾਂ, ਅੱਜ ਦੇ ਸਮੇਂ ਨੂੰ ਦੇਖ ਲਓ, ਕੋਈ ਲੰਬੜਦਾਰ ਹੋਵੇ ਉਹ ਵੀ ਉਹਨੂੰ ਕਹਿੰਦੇ ਮੈਨੂੰ ਸਰਦਾਰੀ ਮਿਲੀ ਆ ਭਾਈ, ਮੈਂ ਲੰਬੜਦਾਰ ਹਾਂ, ਸਰਦਾਰੀ ਮਿਲੀ ਆ। ਕੋਈ ਥਾਣੇਦਾਰ ਹੋਵੇ ਉਹ ਵੀ ਕਹਿੰਦਾ ਮੈਨੂੰ ਸਰਦਾਰੀ ਆ, ਮੇਰਾ ਹੁਕਮ ਤੁਸੀਂ ਮੰਨੋ, ਮੈਨੂੰ ਸਰਦਾਰੀ ਮਿਲੀ ਹੋਈ ਹੈ, ਪ੍ਰਾਪਤ ਹੋਈ ਹੈ। ਭਾਈ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਇਹ ਜਿਹੜੀਆਂ ਸਰਦਾਰੀਆਂ ਨੇ, ਇਹਨਾਂ ਦਾ ਵੀ ਉਹ ਮਾਲਕ ਹੋਵੇ, ਉਹ ਵੀ ਉਹਨਾਂ ਨੂੰ ਮਿਲੀਆਂ ਹੋਣ। ਤੇ ਜਿਸ ਵੇਲੇ ਇਸ ਤਰ੍ਹਾਂ ਦੀਆਂ ਸਰਦਾਰੀਆਂ ਮਿਲੀਆਂ ਹੋਣ ਤਾਂ ਫੇਰ ਵੀ ਉਹ ਵਿਸਤਾਰ ਰੂਪੀ ਆਪਣੇ ਆਪ ਨੂੰ ਵਿਕਾਰਾਂ ਦੇ ਵਿੱਚ, ਰਸਾਂ ਦੇ ਵਿੱਚ ਭੋਗਦਾ, ਸਾਰੇ ਤਰ੍ਹਾਂ ਦੇ ਰਸ ਭੋਗ ਰਿਹਾ ਹੋਵੇ। ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਅਫਾਰ। ਬੜੇ ਸੋਹਣੇ ਸੋਹਣੇ ਉਹਦੇ ਕੋਲ ਬਾਗ ਬਗੀਚੇ ਹੋਣ, ਹਰ ਤਰ੍ਹਾਂ ਦਾ ਫਲ ਫਰੂਟ ਉਹਨਾਂ ਦੇ ਵਿੱਚ ਲੱਗਾ ਹੋਵੇ, ਔਰ ਉਹਦਾ ਹੁਕਮ ਜਿਹੜਾ ਹੈ, ਜਿਹੜਾ ਕਿ ਉਹ ਜੋ ਵੀ ਕਹਿ ਰਿਹਾ ਹੋਵੇ ਤੇ ਉਹ ਹਰ ਕੋਈ ਮੰਨ ਰਿਹਾ ਹੋਵੇ, ਉਹਦੇ ਹੁਕਮ ਦੇ ਵਿੱਚ ਹੀ, ਹੁਕਮ ਨੂੰ ਕੋਈ ਮੋੜਦਾ ਨਾ ਹੋਵੇ। ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਹਿਆ। ਜਿਹਦਾ ਹੁਕਮ ਵੀ ਕੋਈ ਨਾ ਮੋੜਦਾ ਹੋਵੇ, ਹਰ ਕੋਈ ਉਹਦੇ ਹੁਕਮ ਨੂੰ ਮੰਨਦਾ ਹੋਵੇ। ਇਹ ਦੁਨੀਆ ਦੇ ਰੰਗ ਤਮਾਸ਼ੇ ਦੇਖ ਦੇਖ ਕੇ ਬੜਾ ਉਹਨੂੰ ਚਾਅ ਚੜਦਾ ਹੋਵੇ। ਚੇਤੇ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਵਾਹਿਗੁਰੂ ਧੰਨੋ ਤੁਸੀਂ ਸੱਚੇ ਪਾਤਸ਼ਾਹ, ਮਿਹਰ ਕਰ ਦਿਓ, ਕਿੱਦੂ ਰੂਪ ਦੇ ਨਾਲ ਗਿਆਨ ਦੇ ਰਹੇ ਹੋ ਜੀਵ ਨੂੰ। ਜੇ ਫੇਰ ਵੀ ਉਹ ਸੁੱਤਾ ਰਿਹਾ, ਮਾਇਆ ਦੇ ਵਿੱਚ ਫਸਿਆ ਰਿਹਾ, ਤੇ ਮਹਾਰਾਜ ਹੁਣ ਇਹ ਤਾਂ ਕਸੂਰ ਫੇ ਉਹਦਾ ਹੀ ਹੋਇਆ ਨਾ। ਤੇ ਸਤਿਗੁਰ ਕਹਿੰਦੇ ਨੇ ਵੀ ਜੇ ਉਹਨੂੰ ਉਹ ਅਕਾਲ ਪੁਰਖ ਨਾ ਚਿੱਤ ਆਇਆ, ਜਿਹਨੇ ਸਭ ਕੁਝ ਬਣਾਇਆ, ਜਿਹੜਾ ਹਰ ਇੱਕ ਵਸਤੂ ਦਾ ਕਰਤਾ ਹੈ, ਜੋ ਚਿੱਤ ਨਾ ਆਇਆ ਭਾਈ, ਉਹ ਸੱਪ ਦੀ ਜੂਨੇ ਪਵੇਗਾ। ਸੱਪ ਦੀ ਜੂਨ ਬੜੀ ਟੇਢੀ ਆ ਗੁਰਮੁਖੋ, ਬੜੀ ਟੇਢੀ ਆ। ਸੱਪ ਇਹ ਜਿਹੜੀ ਸਰਪ ਨਹੀਂ ਹੁੰਦੀ, ਆਪਣੇ ਬੱਚੇ ਹੀ ਖਾ ਲੈਂਦੀ ਹੈ, ਔਰ ਇਹ ਸੱਪ ਦੀ ਜੂਨ ਟੇਢੀ ਆ। ਸੰਸਾਰ ਦੇ ਤੇ ਰੀੜ ਦਾ ਹੀ ਤੁਰਿਆ ਫਿਰਦਾ ਹੁੰਦਾ, ਹਰ ਵੇਲੇ ਇਹ ਡਰ ਦੇ ਵਿੱਚ ਰਹਿੰਦਾ ਹੈ। ਇਹਦੇ ਅੰਦਰ ਜਿਹੜੀ ਜ਼ਹਿਰ ਹੈ, ਉਹ ਕਿਤੇ ਇਹ ਹਫ਼ਤੇ ਜਾਂ ਮਹੀਨੇ ਦੇ ਵਿੱਚ ਜ਼ਹਿਰ ਅੰਦਰੋਂ ਨਾ ਕੱਢੇ ਤਾਂ ਉਦੋਂ ਜ਼ਹਿਰ ਦੇ ਨਾਲ ਹੀ ਮਰ ਜਾਂਦਾ। ਸੋ ਇਸ ਕਰਕੇ ਜਿੱਥੇ ਵੀ ਚੰਦਨ, ਬਾਵਨ ਚੰਦਨ ਹੋਏਗਾ, ਉੱਥੇ ਸੱਪਾਂ ਦਾ ਬੇੜਾ ਬਹੁਤ ਹੋਏਗਾ। ਕਿਉਂਕਿ ਨਾ ਤਾਂ ਇਹਨੂੰ ਚੰਦਨ ਦੀ ਖੁਸ਼ਬੂ ਚੰਗੀ ਲੱਗਦੀ ਆ, ਫਿਰ ਇਹ ਚੰਦਨ ਦੇ ਡੰਗ ਮਾਰੀ ਜਾਂਦਾ ਰਹਿੰਦਾ। ਤੇ ਜਿਹੜੇ ਸਿਆਣੇ ਜੀਵ ਨੇ, ਉਹਨਾਂ ਨੇ ਦੇਖਿਆ ਹੋਏਗਾ ਕਿ ਸਾਡੇ ਕਈ ਵਾਰੀ ਜਿਹੜੀਆਂ ਵੱਟਾਂ ਅਸੀਂ ਪਾਈਆਂ ਹੁੰਦੀਆਂ ਜ਼ਮੀਨ ਦੇ ਵਿੱਚ, ਉਹਦੇ ਉੱਤੇ ਵੀ ਸੱਪ ਦੀ ਕਈ ਵਾਰੀ ਝੱਗ ਪਈ ਹੁੰਦੀ ਆ। ਉਹ ਬੜੇ ਸੁਚੇਤ ਹੁੰਦੇ ਨੇ, ਉਹਨਾਂ ਨੇ ਦੇਖੀ ਹੁੰਦੀ ਆ, ਉਹ ਤੋਂ ਵੀ ਪਿਆ ਆਪਣਾ ਪੈਰ ਬਚਾ ਕੇ ਜਾਂਦੇ ਨੇ ਕਿ ਕਿਸੇ ਤਰ੍ਹਾਂ ਦੇ ਲੱਗ ਨਾ ਜਾਵੇ। ਉਹ ਵੀ ਜ਼ਹਿਰ ਜਿਹੜੀ ਹੁੰਦੀ ਹੈ, ਕਿਉਂਕਿ ਇਹਨੂੰ ਗਲਛਣੀ ਪੈਂਦੀ ਆ। ਇਦਾਂ ਦੀ ਮਾੜੀ ਜੂਨ ਹੈ। ਜਿਹੜਾ ਜੀਵ ਇਸ ਤਰ੍ਹਾਂ ਦਾ ਹੋਏਗਾ ਭਾਈ, ਉਹ ਇਸ ਸੱਪ ਦੀ ਜੂਨ ਦੇ ਵਿੱਚ ਮੁੜ ਕੇ ਸੰਸਾਰ ਦੇ ਉੱਤੇ ਆਵੇਗਾ। ਬਹੁਤ ਧਨਾੜ ਆਚਾਰ ਅੰਤ ਸੋਭਾ ਨਿਰਮਲ ਰੀਤ। ਬੜਾ ਪੈਸਾ ਹੋਵੇ, ਬੈਂਕਾਂ ਭਰੀਆਂ ਹੋਣ, ਆਪਣੇ ਆਪ ਨੂੰ ਬੜਾ ਧਨਾੜ ਕੋਨਾ ਹੋਵੇ, ਤੇ ਆਚਾਰਵੰਤ, ਚੰਗੀ ਰਹਿਣੀ ਬਹਿਣੀ ਵੀ ਉਹਦੀ ਹੋਵੇ, ਤੇ ਵਿਚਾਰਾਂ ਵੀ ਚੰਗੀਆਂ ਹੋਣ, ਤੇ ਜਿਹੜੀ ਉਹਦੀ ਰੀਤ ਹੈ, ਜਿਹੜੇ ਜਾਂ ਜੋ ਕਾਰਜ ਕਰ ਰਿਹਾ, ਉਹ ਵੀ ਬੜੇ ਪਵਿੱਤਰ ਹੋਣ, ਸਾਫ ਸੁਥਰੇ ਹੋਣ, ਕੱਪੜੇ ਵੀ ਬੜੇ ਸਾਫ ਸੁਥਰੇ ਹੋਣ, ਸੋਭਾ ਵਾਲਾ ਹੋਵੇ, ਜੀਵਨ ਵੀ ਸਾਫ ਸੁਥਰਾ ਹੋਵੇ। ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ। ਮਾਤਾ ਪਿਤਾ, ਪੁੱਤਰਾਂ ਭਰਾਵਾਂ, ਘਰ ਵਾਲੀ ਜਾਂ ਘਰ ਵਾਲਾ, ਮਿੱਤਰਾਂ ਨਾਲ ਪ੍ਰੀਤ ਹੋਵੇ, ਜਾਂ ਹਰ ਇੱਕ ਨੂੰ ਆਪਣਾ ਮਿੱਤਰ ਬਣਾਇਆ ਹੋਵੇ। ਲਸਕਰ ਤਰ ਕਸ ਬੰਦ ਜੀਓ ਸਗਲੀ ਕੀਤ। ਬੜੀਆਂ ਫੌਜਾਂ ਹੋਣ ਉਹਦੇ ਕੋਲ, ਲਸ਼ਕਰ ਕਹਿੰਦੇ ਨੇ ਦਿਖਾਵਾ, ਉਹ ਫੌਜਾਂ ਬੜੀਆਂ ਹੋਣ, ਲਸ਼ਕਰ ਕਹਿਣਾ ਬੜਾ ਵੀ ਇਹਦੀਆਂ ਲਸ਼ਕਰ ਇਹਦੇ ਕੋਲ ਆ, ਬੜੀਆਂ ਫੌਜਾਂ ਇਹਦੇ ਕੋਲ। ਤਸਕਰ ਕਹਿੰਦੇ ਨੇ ਜਿਨ੍ਹਾਂ ਨੇ ਭੱਥਿਆਂ ਦੇ, ਜਾਣੀ ਕਿ ਹੁਣ ਆਪਾਂ ਕਣਕ ਵੱਢਦੇ ਹਾਂ, ਉਹਦੀਆਂ ਅਸੀਂ ਭਰੀਆਂ ਵੱਟਦੇ ਹਾਂ, ਜਾਂ ਅਸੀਂ ਮੱਕੀ ਵੱਢਦੇ ਹਾਂ, ਉਹਦੀਆਂ ਭਰੀਆਂ ਬੰਨ੍ਹਦੇ ਹਾਂ। ਇਹ ਭੱਥਾ ਇਹਨੂੰ ਕਹਿੰਦੇ ਨੇ। ਜਾਣੀ ਕਿ ਸਮਾਨ, ਸਾਜੋ ਸਮਾਨ ਬਹੁਤ ਬੇਅੰਤ ਹੋਵੇ ਉਹਦੇ ਕੋਲ। ਤੇ ਜਿਉ ਸਗਲੀ ਕੀਟ, ਜਿੰਨੇ ਵੀ ਜੀਵ ਨੇ ਸੰਸਾਰ ਦੇ ਉੱਤੇ, ਉਹ ਉਸ ਨੂੰ ਸਲਾਮ ਕਰਦੇ ਹਨ।
ਉਹਦਾ ਕਿਹਾ ਨਾ ਮੋੜਦੇ ਹੋਣ। ਚਿਤ ਨ ਆਇਓ ਪਾਰ ਬ੍ਰਹਮ ਤਾਂ ਖੜ ਰਸਾਤਲ ਦੀਤ। ਜੇ ਕਿਤੇ ਉਸ ਨੂੰ ਜੀਵਨ ਕਾਲ ਦੇ ਵਿੱਚ ਪ੍ਰਮਾਤਮਾ ਚਿਤ ਨਾ ਆਇਆ, ਬੰਦਗੀ ਦਾ ਉਹਨੂੰ ਗਿਆਨ ਹੀ ਨਾ ਆਇਆ, ਤਾਂ ਫਿਰ ਕੀ ਹੁੰਦਾ, ਅੰਤ ਦੇ ਸਮੇਂ ਦੇ ਉੱਤੇ ਉਹਨੂੰ ਜਮਦੂਤ ਫੜਦੇ ਨੇ, ਪੜ ਕੇ ਨਰਕਾਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਟੋਆ ਉਹਦੇ ਵਿੱਚ ਸੁੱਟ ਦਿੰਦੇ ਨੇ। ਕਾਇਆ ਰੋਗ ਨਾ ਸ਼ਿਦਰ ਕਿਛ ਨਾ ਕਿਛ ਕਾੜਾ ਸੋਗ। ਹੁਣ ਏਦੂ ਪਦ ਦੇ ਵਿੱਚ ਫਿਰ ਸਤਿਗੁਰ ਜੀ ਸੱਚੇ ਪਾਤਸ਼ਾਹ ਜੀ ਮਨੁੱਖ ਨੂੰ ਹੀ ਉਹ ਮਨੁੱਖ ਦਾ ਬਿਆਨ ਕਰ ਰਹੇ ਨੇ। ਕਹਿੰਦੇ ਕਾਇਆ, ਉਹਨੂੰ ਕਿਸੇ ਤਰ੍ਹਾਂ ਦਾ ਵੀ ਸਰੀਰ ਨੂੰ ਰੋਗ ਨਾ ਲੱਗਾ ਹੋਵੇ, ਕਿਸੇ ਤਰ੍ਹਾਂ ਵੀ ਉਹਦਾ ਸਰੀਰ ਪਵਿੱਤਰ ਹੋਵੇ, ਕੋਈ ਰੋਗ ਨਾ ਲੱਗਾ ਹੋਵੇ, ਤੇ ਕਿਸੇ ਤਰ੍ਹਾਂ ਦੀ ਉਹਨੂੰ ਤਕਲੀਫ ਨਾ ਹੋਵੇ ਜਿਹੜੀ ਉਹ ਤਕਲੀਫ ਮਹਿਸੂਸ ਕਰਦਾ ਹੋਵੇ, ਤੇ ਨਾ ਹੀ ਉਹਨੂੰ ਕਿਸੇ ਤਰ੍ਹਾਂ ਦੀ ਚਿੰਤਾ ਲੱਗੀ ਹੋਵੇ, ਤੇ ਨਾ ਹੀ ਉਹਨੂੰ ਕੋਈ ਫਿਕਰ ਹੋਵੇ। ਮਿਰਤ ਨ ਆਵੀ ਚਿਤ ਤਿਸ ਅਹਨਸ ਭੋਗੈ ਭੋਗ। ਦਿਨ ਰਾਤ ਵਿਕਾਰੀ ਭੋਗ ਭੋਗੀ ਜਾ ਰਿਹਾ, ਉਹ ਕਾਮੀ ਬਣਿਆ ਹੋਇਆ ਹੈ, ਰਸਨਾ ਵਾਲੇ ਬਣਿਆ ਹੋਇਆ, ਹੋਰ ਅਨੇਕਾਂ ਤਰ੍ਹਾਂ ਦੇ ਭੋਗ ਭੋਗੀ ਜਾਂਦਾ, ਪਰ ਉਹਨੂੰ ਮੌਤ ਬਿਲਕੁਲ ਚਿਤ ਨਹੀਂ ਆਉਂਦੀ। ਸਭ ਕਿਛ ਕੀਤਨ ਆਪਣਾ ਜੀਐ ਨਾ ਸੰਕ ਧਰਿਆ। ਕਹਿੰਦੇ ਸਾਰਾ ਕੁਝ ਸੰਸਾਰ ਦਾ ਆਪਣਾ ਬਣਾ ਲਵੇ, ਤੇ ਕਿਸੇ ਵੀ ਚੀਜ਼ ਦੇ ਉੱਤੇ ਉਹਨੂੰ ਸ਼ੰਕਾ ਨਾ ਹੋਵੇ ਕਿ ਇਹ ਮੇਰੀ ਨਹੀਂ ਹੈ, ਕਿ ਇਸ ਕਾਰਨ ਕਰਕੇ ਉਹਨੂੰ ਬਿਲਕੁਲ ਕਿਸੇ ਤਰ੍ਹਾਂ ਦੀ ਸ਼ੰਕਾ ਵੀ ਉਹਦੇ ਅੰਦਰ ਨਾ ਬਣੀ ਹੋਵੇ। ਚਿਤ ਨ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਜੇ ਉਹਨੂੰ ਵੀ ਵਾਹਿਗੁਰੂ ਚਿਤ ਨਾ ਆਇਆ ਤਾਂ ਭਾਈ ਉਹ ਜਮਾਂ ਦੇ ਵਸ ਪੜਦਾ, ਅੰਤ ਦੇ ਉੱਤੇ ਜਮਾਂ ਦੇ ਵਸ ਜਾ ਕੇ ਪੈਂਦਾ ਹੈ, ਤੇ ਉਸ ਨੂੰ ਵੀ ਕੁੰਭੀ ਨਰਕ ਦੇ ਵਿੱਚ ਸੁੱਟਿਆ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਇਹ 9ਵਾਂ ਚਰਨ ਲੱਗਾ ਹੈ, 9ਵੀਂ ਅਸ਼ਟਪਦੀ ਚੱਲਣ ਲੱਗੀ ਹੈ। ਮਹਾਰਾਜ ਪਹਿਲਾਂ ਇੱਕ ਰੂਪ ਦਿਖਾਲਿਆ ਮਹਾਰਾਜ ਨੇ, ਦੂਸਰਾ ਜਿਨ੍ਹਾਂ ਦੇ ਕੋਲ ਸਭ ਕੁਝ ਸੀ ਪਰ ਉਹ ਪ੍ਰਮਾਤਮਾ ਦੇ ਕੋਲੋਂ ਟੁੱਟ ਚੁੱਕੇ ਸਨ, ਉਹਨਾਂ ਦੇ ਬਾਰੇ ਵੀ ਸਤਿਗੁਰਾਂ ਨੇ ਦੱਸਿਆ ਵੀ ਉਹਨਾਂ ਦਾ ਗਾਂਹ ਜਾ ਕੇ ਕੀ ਹਾਲ ਹੋਣਾ। ਏਦੂ ਸੰਸਾਰ ਦੇ ਉੱਤੇ 4 ਦਿਨ ਦੀ ਸੋਭਾ ਤਾਂ ਜ਼ਰੂਰ ਹਾਸਲ ਕਰ ਲੈਣਗੇ, ਇੱਥੇ ਤਾਂ ਹੁਕਮ ਚਲਾ ਕੇ ਚੱਲਣਗੇ, ਪਰ ਕੁੰਭੀ ਨਰਕ ਦੇ ਵਿੱਚ ਗਾਂਹ ਜਾ ਕੇ ਪੈਣੇ ਨੇ। ਤੇ ਹੁਣ ਵਾਹਿਗੁਰੂ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ, ਜਿਹੜੇ ਸੁਚੇਤ ਹੋ ਗਏ, ਇਹ ਗਿਆਨ ਹਾਸਲ ਕਰਕੇ ਜੇ ਬੰਦਾ ਭਾਈ ਅਜੇ ਵੀ ਨਾ ਜਾਗਿਆ, ਫਿਰ ਸਮਝ ਲਓ ਜੇ ਅਜੇ ਵੀ ਉਹ ਬੰਦਗੀ ਵੱਲ ਨੂੰ ਨਾ ਜੁੜਿਆ, ਫਿਰ ਸਮਝ ਲਓ ਅਸੀਂ ਸੱਚਮੁੱਚ ਹੀ ਸਾਡਾ ਸੰਸਾਰ ਦੇ ਉੱਤੇ ਆਉਣਾ ਵਿਅਰਥ ਹੈ। ਸੱਚਮੁੱਚ ਹੀ ਸਾਡਾ ਇੱਥੇ ਸੰਸਾਰ ਦੇ ਉੱਤੇ ਆਉਣਾ ਵਿਅਰਥ ਹੈ, ਜੇ ਅਜੇ ਵੀ ਅਸੀਂ ਸੁਚੇਤ ਨਾ ਹੋਏ, ਅਜੇ ਵੀ ਵਿਕਾਰਾਂ ਦੀ ਦੁਨੀਆ ਦੇ ਵਿੱਚੋਂ ਨਿਕਲ ਕੇ ਇਹ ਅਕਾਲ ਪੁਰਖ ਦੀ ਦੁਨੀਆ ਦੇ ਵਿੱਚ ਨਾ ਅਸੀਂ ਆਏ। ਤੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਜਿਹੜੀ ਹਰ ਇੱਕ ਦੇ ਉੱਤੇ ਕਿਰਪਾ ਕੀਤੀ ਹੋਈ ਆ। ਪਹਿਲਾਂ ਮੈਂ ਬੇਨਤੀ ਕਰ ਚੁੱਕਾ ਆਪ ਜੀ ਦੇ ਚਰਨਾਂ ਵਿੱਚ 2 ਵਾਰੀ, ਵੀ ਸਾਡੇ ਜਿਹੜੇ ਲੇਖ ਲਿਖਾ ਕੇ ਅਸੀਂ ਸੰਸਾਰ ਦੇ ਉੱਤੇ ਆਏ ਆ, ਉਹਨਾਂ ਲੇਖਾਂ ਦੇ ਵਿੱਚ ਲੇਖ ਲਿਖਿਆ ਹੋਇਆ ਹੈ ਵੀ ਇੱਕ ਦਿਨ ਤੂੰ ਜਿਹਦੇ ਕੋਲੋਂ ਵਿਛੜ ਕੇ ਆਇਆ ਉਹਦੇ ਨਾਲ ਤੇਰਾ ਮਿਲਾਪ ਹੋਣਾ ਹੀ ਹੋਣਾ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਉਹਦੇ ਬਾਰੇ ਗਿਆਨ ਦਿੰਦੇ ਨੇ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਜਿਹਦੇ ਉੱਤੇ ਵਾਹਿਗੁਰੂ ਨਿਰੰਕਾਰ ਆਪ ਕਿਰਪਾ ਕਰਕੇ ਉਸ ਨੂੰ ਵਿਕਾਰਾਂ ਦੀ ਦੁਨੀਆ ਦੇ ਵਿੱਚੋਂ ਕੱਢ ਕੇ ਸਾਧੂਆਂ ਦੀ ਸੰਗਤ ਦੇ ਵਿੱਚ ਬਹਾ ਦਿੰਦੇ ਹਨ। ਜਿਉਂ ਜਿਉਂ ਉਹ ਵਧਾਈ ਐ ਤਿਉਂ ਤਿਉਂ ਹਰ ਸਿਉ ਰੰਗ। ਜਿੱਦਾਂ ਜਿੱਦਾਂ ਉਹ ਸੰਗਤ ਨੂੰ ਵਧਾਈ ਜਾ ਰਿਹਾ ਹੈ, ਉਸ ਸੰਗਤ ਦੇ ਵਿੱਚ ਵਾਵਾ ਸਮਾਂ ਲਾ ਰਿਹਾ ਹੈ, ਸੇਵਾ ਸਿਮਰਨ ਦੇ ਵਿੱਚ ਸਮਾਂ ਲਾ ਰਿਹਾ, ਇਸੇ ਤਰ੍ਹਾਂ ਉਹਨੂੰ ਪਾਰ ਬ੍ਰਹਮ ਵਾਹਿਗੁਰੂ ਦਾ ਰੰਗ ਚੜ੍ਹਦਾ ਜਾ ਰਿਹਾ ਹੈ। ਦੁਹਾਂ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਓ। ਵਾਹਿਗੁਰੂ ਦੋਨਾਂ ਸਿਰਿਆਂ ਦਾ, ਦੈਂਤਾਂ ਦਾ ਤੇ ਗੁਰਮੁਖਾਂ ਦਾ, ਸੰਸਾਰ ਦਾ ਤੇ ਪਰਲੋਕ ਦਾ, ਉਹੀ ਖਸਮ ਹੈ, ਉਹੀ ਮਾਲਕ ਹੈ, ਤੇ ਉਸ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ ਜਿਹਦੇ ਮੋਹਰੇ ਅਸੀਂ ਜਾ ਕੇ ਡਿੱਗ ਪਈਏ, ਜਿਹੜੇ ਸਾਡੇ ਵਿਕਾਰ ਖਤਮ ਕਰ ਦੇਵੇ, ਜਿਹੜਾ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਣ ਦਾ ਰਸਤਾ ਦਿਖਾ ਦੇਵੇ। ਔਰ ਇਸ ਤਰ੍ਹਾਂ ਦਾ ਨਾ ਕੋਈ ਦੂਜਾ ਹੋਇਆ, ਨਾ ਕੋਈ ਦੂਜਾ ਹੋਣਾ, ਤੇ ਨਾ ਕੋਈ ਦੂਜਾ ਹੈ। ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ। ਵਾਹਿਗੁਰੂ ਕਿਰਪਾ ਕਰਦੇ ਨੇ ਆਪਣੇ ਪਿਆਰਿਆਂ ਦੇ ਉੱਤੇ, ਜਿਹੜੇ ਉਹਦੇ ਬਣ ਜਾਂਦੇ ਨੇ, ਜਿਹੜੇ ਉਹਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਿਰਪਾ ਕਰਕੇ ਉਹਨਾਂ ਨੂੰ ਆਪਣਾ ਬਣਾ ਲੈਂਦੇ ਨੇ,
ਜਿਨ੍ਹਾਂ ਨੂੰ ਸੱਚੇ ਨਾਮ ਦੇ ਨਾਲ ਪਿਆਰ ਪੈ ਗਿਆ, ਜਿਨ੍ਹਾਂ ਨੇ ਸੱਚਾ ਨਾਮ ਪ੍ਰਾਪਤ ਕਰ ਲਿਆ, ਜਿਨ੍ਹਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕਰ ਦਿੱਤੀ। ਭਾਈ ਅੱਜ ਦੀ ਸੇਵਾ ਇੰਨੀ ਹੀ ਆਪ ਜੀ ਨੇ ਪ੍ਰਵਾਨ ਕਰਨੀ। ਆਪ ਜੀ ਦੇ ਨਾਲ ਵਚਨ ਸਾਂਝੇ ਕਰਦਿਆਂ ਦੇ ਉੱਤੇ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਹਰ ਵਾਰੀ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਦੇ ਹੁੰਦੇ ਹਾਂ ਕਿ ਕਿਰਪਾ ਕਰੋ, ਮਨ ਨੂੰ ਇਕਾਗਰ ਕਰਕੇ, ਤਨ ਨੂੰ ਇਕਾਗਰ ਕਰਕੇ ਜਦੋਂ ਤੁਸੀਂ ਉਹ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਭਿੱਜਣ ਲੱਗ ਪਏ, ਸਾਡੇ ਵਾਸਤੇ ਅਰਦਾਸ ਕਰਿਓ। हे ਮੇਰੇ ਮਾਲਕ, ਸਾਨੂੰ ਕਾਮ, ਕ੍ਰੋਧ, ਰੂਹ, ਹੰਕਾਰ ਤੋਂ ਬਚਾ ਕੇ ਤੁਹਾਡੇ ਚਰਨਾਂ ਦੀ ਧੂੜ ਮਸਤਕ ਨੂੰ ਲਾ ਕੇ ਅਸੀਂ ਵੀ ਇਹ ਸੰਸਾਰ ਤੋਂ ਕੁਝ ਖੱਟ ਕੇ ਜਾਈਏ। ਫਤਿਹ ਬੁਲਾ ਕੇ ਛੁੱਟੀਆਂ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।